लाइक जो एक नॉर्मल इंसान है वो अपनी स्ट्रेंथ पहचानने के बाद ये कोशिश करता है कि मैं इसको यूटिलाइज कैसे करूं, बट मेरा एडिक्टिव बिहेवियर था कि उससे मुझे ग्रेंडियोसिटी आ जाती थी कि अच्छा ये मेरी स्ट्रेंथ है, और अगर मेरे सामने मेरी वीकनेस आ जानी तो उसने मुझे इतनी ज़्यादा टॉक्सिक शेम देनी कि वो भी 10 तक ही पहुंच जाना कि मैं तो हूँ ही बेकार। तो मैंने ऐसे एक्सपीरियंस किया, जैसे अभी मैम ने स्टोरी सुनाई है तो मुझे, मैं वही रिलेट कर रही थी कि मेरी लाइफ की जर्नी ऐसी रही है। इवन आप सब लोग भी रिलेट कर सकते हैं कि हम लोग अपने स्ट्रेंथ और वीकनेस को कभी एक्सेप्ट ही नहीं करते, अगर करते हैं तो वो आउट ऑफ 4 to 6, वो 4 to 6 वाला जो हमारा फॉर्मूला है वो तो हमें प्रोग्राम नहीं सिखाया कि एवरीथिंग शुड बी इन द 4 to 6, क्योंकि हमें कभी अपनी लाइफ को बैलेंस करना आया ही नहीं था, मुझे नहीं आया था। आपका क्या कहना है निशा मैम? जी जस्ट प्लीज मैं स्ट्रेंथ ਨੂੰ ਅਗਰ आओ ਦੇਖਾਂ सर, ਤੇ प्लीज आओ। हम्म। ਮੇਰਾ ਸਭ ਕੁਝ ਨਾ ਖਰਾਬ ਹੀ ਸੀ ਮੀਨਾਕਸ਼ੀ ਮੈਮ ਇੱਥੇ ਆਉਣ ਤੋਂ ਪਹਿਲੇ। ਮਤਲਬ ਨਾ ਕੁਝ ਠੀਕ ਹੀ ਨਹੀਂ ਸੀ, ਨਾ ਮਤਲਬ ਨੀਂਦ ਸਹੀ ਆ ਰਹੀ ਸੀ, ਨਾ ਭੁੱਖ ਲੱਗ ਰਹੀ ਸੀ। ਤੇ ਕਿਉਂਕਿ ਬਿਮਾਰੀ ਸੀ ਨਾ ਘਰ 'ਚ, ਤੇ ਸ਼ੈਡੋ ਆਫ ਇਲਨੈਸ ਪੂਰੇ ਘਰ 'ਚ ਆਈ ਹੋਈ ਸੀ। ਤੇ ਜਦੋਂ ਅਸੀਂ ਇਲਾਜ ਚਾਹੇ ਤੇ ਇਸ ਪ੍ਰੋਗਰਾਮ ਚਾਹੇ ਤੇ ਜਸਵੀਰ ਸਰ ਨੇ ਪਹਿਲੇ ਜਿਹੜਾ ਫਾਰਮੂਲਾ ਦਿੱਤਾ ਨਾ, ਜਿਹੜਾ ਸਕਿੱਲ ਅਪਲਾਈ ਕੀਤਾ, ਉਹ ਆਈ ਸੀ ਟਾਈਮ ਨਾਲ ਸੋਣਾ, ਟਾਈਮ ਨਾਲ ਨਹਾਣਾ ਤੇ ਟਾਈਮ ਨਾਲ ਖਾਣਾ। ਤੇ ਸੱਚੀ ਮੈਂ ਸਟਾਰਟਿੰਗ 'ਚ ਝੂਠਾ ਹੀ ਅਪਲਾਈ ਕੀਤਾ ਸੀ। ਮਤਲਬ ਜਿਸ ਦਿਨ ਐ ਨਹੀਂ ਕਿ ਮੈਂ ਇੱਥੋਂ ਸੁਣ ਕੇ ਚਲੀ ਗਈ ਤੇ ਉਸੇ ਦਿਨ ਜਾਂਦੇ ਮੈਨੂੰ ਨੀਂਦ ਆ ਗਈ। ਮਤਲਬ ਮੈਂ ਲੇਟੀ ਔਰ ਉੱਪਰ ਸ਼ੀਟ ਲਈ ਤੇ ਲੇਟ ਗਈ, ਕਿਸੇ ਨੂੰ ਨਹੀਂ ਬੋਲਿਆ ਕਿ ਤੁਸੀਂ ਵੀ ਸੋ, ਬੱਚਿਆਂ ਨੂੰ ਜਾਂ ਬੀਬਾ ਨੂੰ ਨਾ। ਦੂਸਰੇ ਦਿਨ ਵੀ ਮੈਂ ਉਹੀ ਚੀਜ਼ ਨੂੰ ਅਪਲਾਈ ਕੀਤਾ। ਤੀਸਰੇ ਦਿਨ ਮੈਂ ਕੀ ਦੇਖਿਆ ਕਿ ਮੇਰੇ ਲੇਟਣ ਤੇ ਨਾ ਬੱਚੇ ਬੋਲ ਰਹੇ ਸੀ ਕਿ ਓਏ ਚੁੱਪ ਹੋ ਜਾਓ, ਮੰਮਾ ਸੋ ਰਹੀ ਹੈ। ਪਰ ਮੈਂ ਸੋਈ ਨਹੀਂ ਸੀ। ਤੇ ਚੌਥੇ ਦਿਨ ਕੀ ਹੋਇਆ, ਉਹ ਲਾਈਟਸ ਬੰਦ ਹੋ ਗਈਆਂ ਤੇ ਉਹ ਮੇਰੇ ਨਾਲ ਮਤਲਬ ਸਾਰੇ ਬੈੱਡ ਤੇ ਆਪਾਂ 10 ਵਜੇ ਤੱਕ ਲੇਟ ਗਏ। ਤੇ ਮਤਲਬ ਜੇ ਸਟਰੈਂਥ ਨੂੰ ਕਵਾਂ ਤੇ ਮੇਰਾ ਤੇ ਸਭ ਕੁਝ ਹੀ ਖਰਾਬ ਸੀ। ਉਹ ਜਿਵੇਂ ਜਿਵੇਂ ਪ੍ਰੋਗਰਾਮ ਨੂੰ ਸਕਿੱਲਸ ਨੂੰ ਐਡ ਕੀਤਾ ਤੇ ਉਹ ਸਟਰੈਂਥ ਮਤਲਬ ਜਿਹੜੀ ਕਹਿ ਲਓ 4 to 6 ਦੇ ਵਿੱਚ ਆਣੀ ਤੇ मतलब दिखनी शुरू हुई है। और इसमें ये भी है ना हमारे, अब जैसे आपने ये स्ट्रॉन्ग एक्शन किया, आप बोल रहे हो कि मेरे से एकदम से जाके नहीं हुआ कि मैंने जल्दी जाके सो जाना है, अपना टाइम से सोना है, टाइम से नहाना है और टाइम से खाना है, तो उसमें आपने एक बाउंड्री सेट कर दी फॉर द होल फैमिली दैट दिस इज माय स्लीपिंग टाइम, डोंट डिस्टर्ब मी ड्यूरिंग दिस टाइम। ये चीज मैंने भी एक्सपीरियंस की है। दोपहर को मैं यहाँ पे ना रोज सुनती थी नम्रता मैम से, अनु मैम से, दैट मी टाइम, मी टाइम, तो मैं समझती थी कि ये मतलब मी टाइम क्या है, 24 के 24 घंटे ही तो मेरे हैं, बट एक्चुअली वो नहीं थे मैम। तो मैंने मी टाइम कैसे सेट किया कि अगर मैं दोपहर को 15 मिनट्स की एक नैप ले रही हूँ ना, तो उसमें मेरी फैमिली में से कोई भी फैमिली मेंबर मुझे आवाज नहीं लगाता था। वो 15 मिनट्स मेरा मी टाइम था। इनिशियल स्टेज पे मैंने ऐसे शुरुआत करी। ਮੇਰਾ ਵੀ ਬਿਲਕੁਲ ਇਸ ਤਰ੍ਹਾਂ ਹੀ ਹੌਲੀ ਹੌਲੀ ਚੀਜ਼ਾਂ ਜਿਵੇਂ ਅਪਲਾਈ ਹੋਣੀਆਂ ਸਟਾਰਟ ਹੋਈਆਂ। ਜਿਵੇਂ ਮੈਨੂੰ ਪਿਛਲੇ ਕੋਈ 5 ਸਾਲਾਂ ਤੋਂ 7 ਸਾਲ ਹੋ ਗਿਆ ਸਾਨੂੰ ਇਲਾਜ ਚ ਆਏ। ਤੇ 5 ਸਾਲ ਮੈਂ ਇੱਕ ਜਗ੍ਹਾ ਤੇ ਜੌਬ ਕੀਤੀ ਹੈ, 1 ਸਾਲ ਇੱਕ ਜਗ੍ਹਾ ਤੇ ਹੁਣ ਦੂਸਰੀ ਤੀਸਰੀ ਜਗ੍ਹਾ ਹਾਂ ਮੈਂ। ਤੇ 5 ਸਾਲ ਪਿੱਛੇ ਕੀ ਹੋਇਆ, ਜਿਵੇਂ ਤੁਸੀਂ ਮੀ ਟਾਈਮ ਨੂੰ ਲਿਆ ਨਾ, ਮੈਂ ਇਸ ਤਰ੍ਹਾਂ ਲਿਆ ਕਿ ਅਗਰ ਮੈਂ ਖਾਣਾ ਖਾ ਰਹੀ ਹਾਂ ਨਾ ਤੇ ਮੈਂ ਖਾਣਾ ਖਾ ਰਹੀ ਹਾਂ ਤੇ ਮੈਨੂੰ ਜ਼ਰੂਰਤ ਨਹੀਂ ਪੈਂਦੀ ਹੁਣ ਕਿਸੇ ਦੇ ਨਾਲ ਖਾਣਾ ਖਾਣ ਦੀ। ਮਤਲਬ ਮੈਨੂੰ ਅੱਛਾ ਲੱਗਦਾ ਆਪਣੇ ਖਾਣੇ ਨੂੰ ਆਪ ਹੀ ਇੰਜੋਏ ਕਰਨਾ। ਤੇ ਇਹ ਮਤਲਬ ਮੈਨੂੰ ਬੜਾ ਅੱਛਾ ਲੱਗਦਾ ਹੈ। ਮਤਲਬ ਮੈਨੂੰ ਮਤਲਬ ਏਦਾਂ ਲੱਗਦਾ ਹੀ ਨਹੀਂ ਹੈ ਕਿ ਜਿਸ ਤਰ੍ਹਾਂ ਆਪਾਂ ਗਰੁੱਪ ਨੂੰ ਆਵਾਜ਼ ਦਿੰਦੇ ਆ ਕਿ ਖਾ ਲਓ। ਮੈਂ ਇਸ ਤੋਂ ਪਿੱਛੇ ਮਤਲਬ ਜਿਹੜੀ ਜੌਬ ਕੀਤੀ 1 ਸਾਲ, ਉੱਥੇ ਬਹੁਤ ਵਧੀਆ ਸੀ। ਮਤਲਬ ਮੈਂ ਆਪਣਾ ਟਿਫਨ ਲੈਣਾ ਤੇ ਚੇਅਰ ਟੇਬਲ ਤੇ ਬੈਠਣਾ ਤੇ ਬੜਾ ਮਤਲਬ ਅੱਛਾ। ਇਸੇ ਤਰ੍ਹਾਂ ਹੀ ਮੈਨੂੰ ਨਾ ਮੀ ਟਾਈਮ ਨੇ ਕਾਫੀ, ਜੇ ਮਤਲਬ ਜਿਵੇਂ ਸਰ ਬੋਲਦੇ ਆ ਕਿ ਅਸੀਂ ਅਗਰ ਬੈਠੇ ਆ ਤੇ ਆਪਣੇ ਆਪ ਨਾਲ ਬੈਠੇ ਆ, ਤੇ ਉਹ ਜਿਹੜੀ ਰੂਮੀਰੇਸ਼ਨ ਚੱਲਦੀ ਸੀ ਨਾ ਅੱਗੇ ਅੱਗੇ ਮੀਨਾਕਸ਼ੀ ਦੀ, ਚੱਲਦਾ ਰਹਿੰਦਾ ਸੀ ਇੱਥੇ। ਮਤਲਬ ਮੈਂ ਹੁੰਦੀ ਕਿਤੇ ਸੀ ਤੇ ਸੋਚ ਕੋਈ ਹੋਰ ਚੱਲਦੀ ਰਹਿੰਦੀ ਸੀ। ਤੇ ਉਸ ਚੀਜ਼ ਦਾ ਵੀ 4 ਪੁਆਇੰਟ ਫਾਰਮੂਲਾ ਨੂੰ ਅਪਲਾਈ ਕਰਕੇ ਕਾਫੀ ਫਰਕ ਪਿਆ। ਜਿਵੇਂ ਉਹਦੀ ਮੈਂ ਛੋਟੀ ਜਿਹੀ ਇੱਕ ਐਗਜ਼ਾਮਪਲ ਸ਼ੇਅਰ ਕਰਦੀ ਆ। ਮੈਂ ਹੁਣ ਜਿਹੜੇ ਕੰਮ ਤੇ ਜਾਂਦੀ ਆ ਨਾ, ਮੇਰੀ ਪੁਰਾਣੀ ਵਾਲੀ ਜਗ੍ਹਾ ਤੋਂ ਨਿਕਲ ਕੇ ਹੀ ਉਹ ਆਉਂਦਾ ਹੈ। ਤੇ ਜਦੋਂ ਮੈਂ ਉਹ ਪੁਰਾਣੀ ਵਾਲੀ ਜਗ੍ਹਾ ਨੂੰ ਵੇਖਦੀ ਆ ਨਾ, ਥੋੜਾ ਜਿਹਾ ਹਲਕਾ ਜਿਹਾ ਉਹ ਮਤਲਬ ਨਾ ਡਾਊਨ ਵਾਲਾ ਫੀਲ ਆਉਂਦਾ ਹੈ। ਤੇ ਫਿਰ ਉੱਥੇ ਮੈਂ 4 ਪੁਆਇੰਟ ਫਾਰਮੂਲਾ ਅਪਲਾਈ ਕਰਦੀ ਆ। ਤੇ ਬੀਬਾ ਮੈਨੂੰ ਪੁੱਛਦੇ ਆ ਕਿ ਨਿਸ਼ਾ ਇੱਥੇ ਕੀ ਕਰਾਂਗੇ ਆਪਾਂ, ਤੇ ਉੱਥੇ ਨਾ ਟਰੀਜ਼ ਲੱਗੇ ਹੋਏ ਆ। ਤੇ ਫਿਰ ਮੈਂ ਉਹ ਟਰੀਜ਼ ਕਾਊਂਟ ਕਰਨੇ ਸ਼ੁਰੂ ਕਰ यस। ਦਿੰਦੀ ਆ। ਤੇ ਫਿਰ ਮੈਂ ਵੇਖਦੀ ਆ ਉੱਥੇ ਇੱਕ ਦਿਨ ਮੈਂ 40 ਟਰੀਜ਼ ਕਾਊਂਟ ਕੀਤੇ। ਫਿਰ ਆਪਣੇ ਆਪ ਨੂੰ ਸ਼ਾਬਾ, ਮਤਲਬ ਉਹ ਥੋਟ, ਉਹ ਡਾਊਨ, ਉਹ ਫੀਲ, ਉਹਦੇ ਤੋਂ ਮਤਲਬ ਨਾ ਸ਼ਿਫਟ ਹੋ ਜਾਈਦਾ ਆਪਾਂ ਹੇਅਰ ਐਂਡ ਨਾਓ। ਤੇ ਇਹ ਹੇਅਰ ਐਂਡ ਨਾਓ ਦਾ ਸਕਿੱਲ ਬੜਾ ਮਤਲਬ ਕੰਮ ਕਰਦਾ। बहुत काम करते ਹਾਂ ਤੇ क्योंकि ਫਿਰ ਜਿਸ ਤਰ੍ਹਾਂ ਸਰ ਸਾਨੂੰ ਤੁਸੀਂ ਪ੍ਰੋਗਰਾਮ ਸਿਖਾਇਆ, ਪਹਿਲੇ ਅਸੀਂ ਪਾਸਟ ਚ ਹੁੰਦੇ ਸੀ ਕਿ ਹਾਏ ਮੇਰੇ ਨਾਲ ਇੰਨਾ ਕੁਝ ਬੁਰਾ ਹੋ ਗਿਆ। ਅੱਛਾ ਫਿਰ ਉਸ ਤੋਂ ਬਾਅਦ ਕੀ ਹੋਣਾ, ਫਿਰ ਆਂਦਾ ਸੀ ਸਾਡਾ ਫਿਊਚਰ।
ਫਿਰ ਮੈਂ ਸੋਚਦੀ ਰਹਿਣਾ ਕਿ ਮੇਰਾ ਕੱਲ ਕੀ ਬਣੇਗਾ। ਮਤਲਬ ਹੇਅਰ ਐਂਡ ਨਾਓ ਤੇ ਸਾਨੂੰ ਪਤਾ ਹੀ ਨਹੀਂ ਸੀ ਕਿ ਪ੍ਰੈਜ਼ੈਂਟ 'ਚ ਆਪਾਂ ਜੀਣਾ ਕਿਸ ਤਰ੍ਹਾਂ ਹੈ। ਤੇ ਇਸ ਪ੍ਰੋਗਰਾਮ ਨੇ ਜਿਹੜਾ ਕਮਾਲ ਕੀਤਾ ਹੈ ਨਾ, ਸਕਿੱਲਸ ਨੇ ਜੋ ਕਮਾਲ ਕੀਤਾ ਹੈ, ਵਰਤਮਾਨ ਜਿਹੜਾ ਹੈ ਨਾ ਉਹ ਸਾਡਾ ਰਾਉਂਡ ਹੈ, ਗੋਲ ਹੈ। ਮਤਲਬ ਜੋ ਤੁਸੀਂ ਬਾਹਰ ਨਿਕਾਲੋਗੇ ਨਾ ਉਹ ਚੀਜ਼ ਤੁਹਾਨੂੰ 4 ਗੁਣਾ ਹੋ ਕੇ ਵਾਪਸ ਮਿਲਦੀ ਹੈ। ਮਤਲਬ ਇਹ ਇਸ ਪ੍ਰੋਗਰਾਮ ਦੀ ਤਾਕਤ ਨੂੰ ਮੈਂ ਮਤਲਬ ਕੀਤਾ। ਜਦੋਂ ਮੈਂ ਬਾਰ-ਬਾਰ ਇਹ ਚੀਜ਼ ਨੂੰ ਸ਼ੇਅਰ ਕਰਦੀ ਨਾ ਕਿ ਹੁਣ ਬਦਗੁਮਾਨੀ ਨਹੀਂ ਆਉਂਦੀ ਕਿਸੇ ਲਈ। ਬਦਗੁਮਾਨੀ, ਹਾਂ ਕੋਈ ਵੀਕ ਐਕਸ਼ਨ ਕਰ ਦਿੰਦਾ, ਉਹਦੀ ਹਰਟ ਹੁੰਦੀ ਹੈ, ਇਹ ਨਹੀਂ ਕਿ ਮੈਨੂੰ ਦਰਦ ਨਹੀਂ ਹੁੰਦਾ ਜਾਂ ਮੇਰੇ ਇਮੋਸ਼ਨਸ ਉੱਪਰ ਨੀਚੇ ਨਹੀਂ ਹੁੰਦੇ, ਬਟ ਅੰਦਰੋਂ ਨਾ ਹੁਣ ਉਹ ਚੀਜ਼ ਬਾਹਰ ਨਹੀਂ ਆਉਂਦੀ ਕਿ ਜੋ ਉਹਨੇ ਮੇਰੇ ਤੇ ਉਲਟੀ ਕੀਤੀ ਹੈ ਉਹ ਉਲਟੀ ਨੂੰ ਮੈਂ ਜ਼ਿਆਦਾ ਕਰਕੇ ਉਹਨੂੰ ਵਾਪਸ ਕਰਾਂ। ਤੇ ਇਸ ਲਈ ਜਿਹੜਾ ਹੇਅਰ ਐਂਡ ਨਾਓ ਹੈ ਨਾ ਉਹ ਅਸਲ ਇਲਾਜ ਹੈ। ਮਤਲਬ ਉਹਦੇ ਵਿੱਚ ਰਹਿ ਕੇ ਜਿਹੜਾ ਸਰ ਸਾਨੂੰ ਫਿਲਟਰ ਕਰ ਰਹੇ ਆ, ਫੈਮਿਲੀ ਨੂੰ ਤਾਕਤ ਦੇ ਰਹੇ ਆ, ਤਾਂ ਹੀ ਫੈਮਿਲੀ ਫਿਰ ਆਂਦਾ ਹੈ ਜਿਹੜਾ ਉਹ ਜਸਬੀਰ ਸਰ ਬੋਲਦੇ ਹੁੰਦੇ ਕਿ ਓਵਰਫਲੋ ਫੈਮਿਲੀ ਦਾ ਜਿਹੜਾ ਉਹ ਪੇਸ਼ੈਂਟ ਦੇ ਉੱਤੇ ਜਾਂਦਾ ਹੈ। ਤੇ ਇਸ ਚੀਜ਼ ਦਾ ਬਹੁਤ ਕਮਾਲ ਹੈ, ਬਹੁਤ ਸ਼ੁਕਰਾਨਾ ਹੈ। ਕਿਉਂਕਿ ਅੱਜ ਤੋਂ ਪਹਿਲੇ ਨਾ ਤੇ ਮੈਂ ਹੇਅਰ ਐਂਡ ਨਾਓ ਚਾਹੁੰਦੀ ਸੀ, ਨਾ ਮੇਰੇ ਕੋ ਪੋਜ਼ ਲਿਆ ਜਾਂਦਾ ਸੀ। 4 ਪੁਆਇੰਟ ਫਾਰਮੂਲਾ ਦੂਰ ਦੂਰ ਤੱਕ ਨਹੀਂ ਪਤਾ ਸੀ ਸਾਨੂੰ ਕਿ ਇਹਨੂੰ ਕਿੱਦਾਂ ਅਪਲਾਈ ਕਰਕੇ ਆਪਾਂ ਆਪਣੀ ਵੀ ਮਦਦ ਕਰਦੇ ਹਾਂ ਤੇ ਆਪਣੇ ਮਰੀਜ਼ ਦੀ ਵੀ ਮਦਦ ਕਰਦੇ ਹਾਂ। ਤੇ थैंक यू सर जी का बहुत बहुत थैंक यू। बिल्कुल सही कहा आपने मैम। जैसे हेयर एंड नाउ के लिए ना मेरे साथ ऐसे ही हुआ। मैं बस में ट्रेवल कर रही थी, अपने स्कूल से घर आ रही थी, तो मैंने ना एक वीडियो, छोटी सी एक रील देख ली जिसमें वो किचन में एक लेडी काम कर रही है और एकदम से सिलेंडर ब्लास्ट हो जाता है। और मेरे चिम्ब्रेन ने एक वो पूरी की पूरी स्टोरी बना ली मुझी को लेके कि मीनाक्षी तू किचन में काम कर रही होगी, तेरा भी ऐसे कभी अगर सिलेंडर फट गया तो क्या होगा। मतलब दैट वाज कंप्लीटली, जैसे बोलते हैं ना कि अनबिलीवेबल चीज, जो मैं बस में हूँ पर मुझे वो थॉट तंग कर रहा है, एंग्जाइटी दे रहा है। और जैसे परसों भी सर ने बोला ना कि आपको कैसे पता चलता है कि आप 4 पॉइंट फॉर्मूला लगाना है, तो मेरे तो ना बॉडी में हलचल शुरू हो जाती है। बॉडी या तो एकदम से मेरी टांगों में कंपन शुरू हो जाती है या मेरी हार्ट बीट तेज हो जाती है। फिर मुझे फटाफट से पता चल जाता है कि हाँ भाई ये जो मैसेज आ रहा है ना, ये डिसेप्टिव मैसेज मेरे चिम्ब्रेन से आ रहा है। तो मैंने फिर, जैसे मैम ने अभी बताया, मैंने फिर क्या किया, मैं बस में ट्रेवल कर रही हूँ और मुझे ये नहीं समझ में आ रही, मैं अपने आप को कह रही हूँ कि मुझे 4 पॉइंट फॉर्मूला लगाना है और मेरा चिम्ब्रेन कह रहा है कि तू कैसे लगाएगी, तू तो बस में है, क्या पेंडिंग काम करेगी। देन आई स्टार्टेड काउंटिंग द ट्रीज ऑन द वे। जितने रास्ते में पेड़ थे ना, मैंने बस की विंडो से उनको गिनना शुरू कर दिया। तो फिर लास्ट में पैट एट द बैक, जब मैं जीत गई, वो जो मैंने जब उसकी थॉट की इंटेंसिटी दिखी कि हाँ अब ये कम हो चुकी है, तो मैं ये बोलूंगी कि डूएबल है। और अगर आप प्रैक्टिस करोगे ना, इनिशियल एफर्ट लगता है, धीरे धीरे प्रैक्टिस करने के बाद एक स्टेज आती है जब हमारा ब्रेन खुद से ही सीख जाता है। और वो स्टेज तब आएगी जब हम दिन रात मीटिंग्स के साथ कनेक्टेड रहेंगे, प्रोग्राम के साथ कनेक्टेड रहेंगे। पेशेंट भी इत्थे जेड़ा है ना वो मजे च नहीं आया, क्योंकि जिस तरह मीनाक्षी मैम ने बोलिया ना, तो सर जी ने पूछा सी कि तुसी 4 पॉइंट फॉर्मूला तुहानू किस तरह पता चलता है कि ये बीमार दिमाग की सोच है या नहीं है, मीनस टू से चिम ब्रेन की सोच है या साडा PFC इनू कह रहा करन नू। पेशेंट भी मजे च नहीं आया। अगर तुसी सोचो एज ए फैमिली मैं देखती सी ਤੇ ਮੇਰੇ ਬੀਬਾ ਮਤਲਬ ਉਹਨਾਂ ਦਾ ਕੁਝ ਵੀ ਠੀਕ, ਮਤਲਬ ਸਾਡਾ ਕੁਝ ਜਿਵੇਂ ਸਾਡੇ ਅੰਦਰ ਪਤਾ ਹੁੰਦਾ ਸਾਨੂੰ। ਹੁਣ ਅਸੀਂ ਇੱਕ ਫੁਲਕਾ ਹੀ ਬਣਾਉਂਦੇ ਆ ਤੇ ਸਾਨੂੰ ਪਤਾ ਹੈ ਸੋਨਾ ਵਾਲਾ ਅੱਛਾ ਵਾਲਾ ਫੁਲਕਾ, ਤੇ ਜੇ ਉਹ ਸੜ ਜਾਏ ਖਰਾਬ ਹੋ ਜਾਏ ਉਹ ਵੀ ਸਾਨੂੰ ਪਤਾ ਹੁੰਦਾ ਕਿ ਇਹ ਨਹੀਂ ਠੀਕ ਬਣਿਆ, ਹੈ ਨਾ। ਤੇ ਇਸੇ ਤਰ੍ਹਾਂ ਪੇਸ਼ੈਂਟ ਦੀ ਲਾਈਫ ਵੀ ਜਿਹੜੀ ਹੈ ਨਾ ਉਹ ਸਹੀ ਨਹੀਂ ਚੱਲ ਰਹੀ ਕਿਸੇ ਵੀ ਫੈਕਟਰ ਤੇ। ਮੈਨੂੰ ਪਤਾ ਚੱਲ ਰਿਹਾ ਸੀ ਕਿ ਬੀਬਾ ਦੀ ਜੌਬ ਜਾਣੀ ਜਾਣੀ ਤੇ ਜੌਬ ਦੇ ਵਿੱਚ ਮਤਲਬ ਨਾ ਕਾਫੀ ਮਹੀਨੇ ਪਹਿਲੇ ਹੀ ਸੈਲਰੀ ਘਰ ਆਣੀ ਬੰਦ ਹੋ ਗਈ, ਕਿਉਂਕਿ ਉਹ ਸਾਰੇ ਯਾਰਾਂ ਨੂੰ ਲੈ ਕੇ ਬੈਠਣਾ ਤੇ ਮਤਲਬ ਉਹ ਫ੍ਰੀ ਤੇ ਜਾਂ ਬਿਨਾਂ ਪੈਸੇ ਤੋਂ ਬੈਠਿਆ ਨਹੀਂ ਜਾਂਦਾ। ਤੇ ਮਤਲਬ ਉਹ ਲੱਗ ਰਿਹਾ ਸੀ ਕਿ ਕੁਝ ਠੀਕ ਨਹੀਂ ਹੈ। ਫਿਰ ਮਤਲਬ ਹਰ ਐਕਸ਼ਨ ਜਿਹੜਾ ਸੀ ਨਾ ਉਹ ਡਾਊਨ, ਉਹ ਵੀਕ ਹੀ ਸੀ। ਮਤਲਬ ਕੋਈ ਉਹਦੇ ਸਟਰੋਂਗ ਐਕਸ਼ਨ ਨਹੀਂ ਸੀ। ਗੱਡੀ ਲਈ ਤੇ ਗੱਡੀ ਦੋਨਾਂ ਭਰਾਵਾਂ ਨੂੰ ਚਲਾਣੀ ਨਹੀਂ ਆਂਦੀ, ਤੇ ਫਾਈਨੈਂਸ਼ੀਅਲੀ ਵੈਸੇ ਅਸੀਂ ਲੋਨ ਲੈ ਕੇ ਗੱਡੀ ਲੈ ਰਹੇ ਆ ਤੇ ਉੱਤੋਂ ਡਰਾਈਵਰ ਰੱਖ ਲਿਆ ਕਿ ਮਤਲਬ ਅਸੀਂ ਘੈਂਟ ਹੈਗੇ ਆ ਨਾ, ਤੇ ਅਸੀਂ ਡਰਾਈਵਰ ਰੱਖ ਲਿਆ। ਅਸੀਂ ਗੱਡੀ ਨੂੰ ਸਿੱਖਿਆ ਨਹੀਂ ਹੈ ਕਿ ਅਸੀਂ ਸਿੱਖ ਕੇ ਖੁਦ ਉਹਨੂੰ 10-15 ਹਜ਼ਾਰ ਤੇ ਇੱਕ ਡਰਾਈਵਰ ਰੱਖ ਲਿੱਤਾ ਜੀ, ਉਹ ਸਾਡੀ ਗੱਡੀ ਚਲਾਏਗਾ। ਮੀਨਸ ਕਿਤੋਂ ਵੀ ਹੈ ਮਤਲਬ PFC ਦਾ ਐਕਸ਼ਨ ਲੱਗਦਾ ਹੀ ਨਹੀਂ ਸੀ। ਤੇ ਇਸੇ ਤਰ੍ਹਾਂ ਜਦੋਂ ਮੈਂ ਬੀਬਾ ਦੀ ਪੇਨ ਨੂੰ ਦੇਖਿਆ, ਉਹਨਾਂ ਦੀ ਪੇਨ ਸਾਡੀ ਸਾਰੀ ਫੈਮਿਲੀ 'ਚ ਆ ਚੁੱਕੀ ਸੀ। ਮਤਲਬ ਅਸੀਂ ਸਾਰੇ ਪਰੇਸ਼ਾਨ ਹੋ ਚੁੱਕੇ ਸੀ। ਵਾਹਿਦ ਇੱਕ ਬਿਮਾਰੀ ਹੈ ਜਿਹਦੇ ਵਿੱਚ ਮਤਲਬ ਉਹੀ ਕੱਲ ਜਿਹੜੀ ਮੀਟਿੰਗ 'ਚ ਸਰ ਸ਼ੇਅਰ ਕਰ ਰਹੇ ਸੀ ਕਿ ਸਾਰਾ ਪਰਿਵਾਰ ਦੇ ਵਿੱਚ ਮੁਸ਼ਕਲ 'ਚ ਆ ਜਾਂਦਾ ਹੈ, ਸਾਰਾ ਪਰਿਵਾਰ। ਤੇ ਫਿਰ ਵਾਹਿਦ ਹੀ ਇਲਾਜ ਹੈ, ਇੱਕ ਪੇਸ਼ੈਂਟ ਦਾ ਇਲਾਜ ਕਰਵਾਉਣ ਆਉਂਦੇ ਆ ਤੇ ਸਾਰੇ ਹੀ ਠੀਕ ਹੋ ਜਾਂਦੇ, ਸਾਰੇ ਠੀਕ ਹੋ ਜਾਂਦੇ ਆ। ਜਸਵੀਰ ਲਾਈਫ ਚੇਂਜ ਹੋ ਜਾਂਦੀ ਹੈ।
ਤੇ ਉਹ ਵੀ ਪੇਨ ਚ ਆਇਆ, ਉਹ ਮਜ਼ੇ ਚ ਨਹੀਂ ਆਇਆ। ड्रग अवेयरनेस डे है। हाँ जी। ठीक। अब चलो मैं उसके बारे में कुछ आपको, फिर मैं शुरू करूँ, आप बोलो। सर ड्रग अवेयरनेस की मैंने अभी शेयर किया कि मेरे को जब सुबह पता चला ना ड्रग अवेयरनेस डे है, तो मैंने ना रिलेट किया कि ऐसे क्या क्या चीज़ें थी जिसके कारण मेरे पेशेंट की लाइफ में ड्रग इंट्रोड्यूस हुई। तो फिर जब मैंने ना आज सुबह जॉट डाउन कर लिया, यूजुअली मैं अपनी इन्वेंट्री रात को सोने से पहले लिखती हूँ, तो मैंने सुबह कुछ पॉइंट्स लिखे। उसमें मुझे सबसे पहले ये चीज़ लगी कि जेनेटिक्स, जीन्स के थ्रू ये आई है, क्योंकि नो डाउट इनकी फैमिली में नशा नहीं था, फादर और मदर दोनों गवर्नमेंट जॉब में थे, बट बहुत सारे एडिक्टिव बिहेवियर्स थे। एडिक्टिव बिहेवियर्स इन द सेंस जैसे एक वो बोलते हैं ना कि मनी एडिक्शन थी, रिलेशनशिप एडिक्शन थी, मम्मा को अपने मायके की, पापा को अपने घर वालों की, फिर वो पेरेंट्स मतलब फादर वाली साइड से एग्रीकल्चरल लैंड वगैरह थी काफ़ी, तो वो एक जैसे थोड़ी सी ईगो और ग्रेंडियोसिटी होती है ना, तो पंजाब में यूजुअली मैंने ये चीज़ देखी है कि पंजाब के जो मेल मेंबर स्पेशली जो सरकारी नौकरी में हो और साथ में फिर एग्रीकल्चरल लैंड, तो वो ये सोचता है कि तू कौन, तू है कौन मेरे सामने, मतलब वो जो एक जंकी प्राइड होती है। देन फिर मैंने देखा जीन्स के साथ साथ फिर मैंने नेक्स्ट चीज़ जो मैंने ऑब्जर्व करी वो ये था कि उनके घर का एनवायरनमेंट। अब एनवायरनमेंट में क्या आता है कि इनके जो मेरे हस्बैंड के जो मासी जी हैं वही इनकी चाची जी बने, बट उनका ड्यू टू सम रीजंस उनका डिवोर्स हो गया। अब मासी के डिवोर्स के कारण पापा और मम्मा में कम से कम 7 to 8 ईयर्स कन्फ्लिक्ट चलता रहा। अब वो जो कन्फ्लिक्ट था, अब मैं रियलाइज करती हूँ कि जैसे जैसे मुझे पता चला कि वो कन्फ्लिक्ट के जो, जैसे सर आप बताते हो कि वो जो छींटे थे ना, वो जो कोड़े छींटे थे वो बच्चों पे आए, क्योंकि एनवायरनमेंट कहीं ना कहीं आज जब मैं अपने बच्चे को देखती हूँ तो मैं यही देखती हूँ कि अगर मेरी तरफ से कोई वीक एक्शन हो रहा है या पापा की तरफ से कोई वीक एक्शन हो रहा है तो वो बच्चे की आंखों में नजर आ रहा है दैट ही इज इन द पेन। तो फिर मैंने ये रिलेट किया कि एनवायरनमेंट बहुत बड़ा एक रोल प्ले किया इनकी लाइफ में। देन थर्ड इज इनकी सोसाइटी, क्योंकि जब पेरेंट्स अपने अपने एडिक्टिव बिहेवियर्स के लूप में फंसे होते हैं ना, तो उनकी अपनी फैमिली की तरफ फोकस कम हो जाता है। मैं अगर अपनी बात करूं, अगर मैं यहाँ पे ना पहुंचती तो आज हम दोनों भी वही अपने अपने लूप्स में ही फंसे होते। ये रियलिटी है कि अगर हम प्रोग्राम से नहीं जुड़ते तो आज हमारा बच्चा भी नेक्स्ट बस एडिक्शन की तरफ ही जाने वाला था। देन उसके बाद मैंने नोटिस किया कि मेरे हस्बैंड का, मेरे पेशेंट का बिहेवियर, क्योंकि हमारे यूजुअली प्रमोट किया जाता है, ग्लोरीफाई किया जाता है कि भाई इतना लंबा ऊंचा जवान है, गुस्सा तो हो ही गई थोड़ा बहुता। उनका तो नाम भी पूरे, मतलब हमारा जो एरिया है ना वहाँ पे सब इनको राघव नहीं बुलाते, पलवान जी। मतलब अगर विजयनगर जाके, इधर कश्मीर एवेन्यू जाके कोई बोलेगा कि पलवान जी के घर जाना है तो वो छोड़ने आते हैं, ऐसे वाला एक वो जो जैसे आप बोलते हो कैट वाला एक इमेज बनी हुई थी। तो मैं ये मतलब इन सब चीज़ों को मैंने इंटरकनेक्ट करके कंक्लूड किया कि दिस इज हाउ। और वो सब कुछ मजा नहीं ले रहे थे, मुझे ये लगता था ना कि मेरा पेशेंट नशे करके मजे ले रहा है, नहीं नहीं, उनके अंदर बहुत पेन थी, बहुत पेन थी, जो पेन धीरे धीरे अब यहाँ पर आके हील हो रही है। और वो हीलिंग प्रोसेस एकदम से, मैं सबको बस आज यही मैसेज देना चाहूंगी कि वो एकदम से जादू नहीं होने वाला है, उसको टाइम लगेगा और उसके लिए कंसिस्टेंसी चाहिए कि हमें रोज रोज वही काम करना है। जैसे सर परसों कह रहे थे कि रट्टे ही लगाने हैं, वो रट्टे फैमिली ने लगाने हैं। अगर आज फैमिली अपने पेशेंट को लेकर कंसिस्टेंट है फॉर द ट्रीटमेंट तो डेफिनेटली पेशेंट भी एक दिन आता है। इनिशियली मेरे पेशेंट भी नहीं रेडी थे, इनिशियली मुझे भी उनको कह के लाना पड़ता था, और हमारी तो शुरू में कॉन्फ्रंटेशन हो जाती थी कि चलो मीटिंग के लिए, उन्होंने कहना नहीं जाना, तो मुझे ये होता था, मेरा कंट्रोलिंग बिहेवियर था ना, मुझे होता था नहीं नहीं जाना है चलो। फिर मैंने यहाँ बैठ के सीखा कि अगर पेशेंट नहीं आ रहा आप आ जाओ। बीच में ऐसा फेज आया हमारी जर्नी में कि ये 8 to 10 डेज के लिए नहीं आए, मैं आती रही और 11वें दिन पेशेंट भी यहाँ दोबारा है मीटिंग्स में। सो दिस इज हाउ दिस ट्रीटमेंट वर्क्स। अब मैं चाहूंगी कि आप लोग भी थोड़ा थोड़ा पार्टिसिपेट करो एज लाइक सर, आप पहले थोड़ा सा अपनी जर्नी। चलो जी, ਆਪਾਂ ਇਹ ਸ਼ੇਅਰ ਕਰਦੇ ਆ ਵੀ ਅੱਜ ਡਰੱਗ ਅਵੇਅਰਨੈਸ ਡੇ ਹੈ। ਨਸ਼ੇ ਦੀ ਡੈਫੀਨੇਸ਼ਨ ਕੀ ਆ ਵੀ ਜਿਹੜੀ ਚੀਜ਼ ਤੁਹਾਨੂੰ ਪਹਿਲੇ ਪਹਿਲ ਮਜ਼ਾ ਦੇਵੇ ਤੇ ਬਾਅਦ ਚ ਸਾਰੀ ਉਮਰ ਸਜ਼ਾ ਦੇਵੇ, ਇਹਨੂੰ ਕਹਿੰਦੇ ਨਸ਼ਾ।
ਬਿਲਕੁਲ ਸਿੰਪਲ। ਜਿਹੜੀ ਚੀਜ਼ ਤੁਹਾਨੂੰ ਸ਼ੁਰੂਆਤ 'ਚ ਮਜ਼ਾ ਦੇਵੇ ਤੇ ਬਾਅਦ 'ਚ ਸਜ਼ਾ ਦੇਵੇ, ਇਹ ਤੁਸੀਂ ਵੇਖੋ ਹੁਣ ਕਿਹੜੀ ਚੀਜ਼ ਨੇ ਤੁਹਾਡੇ ਨਾਲ ਇਸ ਤਰ੍ਹਾਂ ਕੀਤਾ। ਠੀਕ ਹੈ, ਬਾਕੀ ਇਹਨਾਂ ਦੱਸ ਹੀ ਦਿੱਤਾ, ਜੈਨੇਟਿਕਲੀ, ਪਿਤਾ ਪੁਰਖੀ, ਇਨਵਾਇਰਮੈਂਟ ਤੇ ਪਰਸਨੈਲਿਟੀ। ਕਿਸੇ ਵੀ ਨਸ਼ੇ ਵਾਸਤੇ ਇਹ 3 ਚੀਜ਼ਾਂ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ। ਠੀਕ ਹੈ, ਇਹਦਾ ਸੈਕੰਡ ਪਾਰਟ ਇਹ ਆ ਵੀ ਡਰੱਗਸ ਕਰਨਾ ਇੱਕ ਬਿਮਾਰੀ ਆ ਜਿਹੜੀ ਕਿ ਸਾਨੂੰ ਅਵੇਅਰਨੈਸ ਨਹੀਂ ਹੈਗੀ। ਜਿਸ ਤਰ੍ਹਾਂ ਮਨਾਕਸ਼ੀ ਜੀ ਨੇ ਕਿਹਾ ਵੀ ਮੇਰਾ ਪੇਸ਼ੈਂਟ ਨਸ਼ਾ ਕਰਦਾ ਸੀ ਪਰ ਉਹ ਬਹੁਤ ਦੁਖੀ ਸੀ, ਉਹ ਮਜ਼ੇ ਵਾਸਤੇ ਨਹੀਂ ਸੀ ਕਰਦਾ। ਇਹ ਗੱਲ ਪਹਿਲਾਂ ਆਪਣੇ ਦਿਲ 'ਚ ਬਿਠਾ ਲਓ, ਇਹ ਵਾਲੀ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਦਿਲ 'ਚ ਬਿਠਾ ਲਓ ਵੀ ਸਾਡਾ ਪੇਸ਼ੈਂਟ, ਸਾਡਾ ਪਿਆਰਾ ਜੇ ਨਸ਼ਾ ਕਰਦਾ ਪਿਆ ਵਾ ਤੇ ਉਹ ਸਿਰਫ ਮਜਬੂਰੀ ਵਸ ਕਰਦਾ ਪਿਆ ਵਾ, ਉਹਨੂੰ ਮਜ਼ਾ ਕੋਈ ਨਹੀਂ ਆ ਰਿਹਾ। ਪਹਿਲਾਂ ਇਸ ਗੱਲ ਨੂੰ ਪੂਰੀ ਤਰ੍ਹਾਂ ਆਪਣੇ ਦਿਲ 'ਚ ਉਤਾਰ ਲਓ। ਜੇ ਤੁਸੀਂ ਇਸ ਗੱਲ ਨੂੰ ਪੂਰੀ ਤਰ੍ਹਾਂ ਆਪਣੇ ਦਿਲ 'ਚ ਉਤਾਰ ਲਓਗੇ ਨਾ, ਫਿਰ ਤੁਹਾਡੇ ਦਿਲ 'ਚੋਂ ਇੱਕ ਆਵਾਜ਼ ਆਏਗੀ ਵੀ ਫੇਰ ਤੇ ਆਪਾਂ ਇਹਦੀ ਮਦਦ ਕਰਨੀ ਚਾਹੀਦੀ ਤੁਹਾਨੂੰ। ਜੇ ਤੁਸੀਂ ਆਪਣੇ ਦਿਲੋਂ ਇਹ ਕਹੋਗੇ ਨਾ, ਦਿਲੋਂ ਇਹ ਮੰਨੋਗੇ ਵੀ ਸਾਡਾ ਪੇਸ਼ੈਂਟ ਇੱਕ ਬਿਮਾਰ ਬੰਦਾ ਵਾ, ਇਹ ਨਸ਼ੇ ਮਜਬੂਰੀ ਵਸਤ ਕਰਦਾ ਪਿਆ ਵਾ, ਇਹਦੇ ਕੋਲ ਬਿਮਾਰੀ ਨਸ਼ੇ ਕਰਾ ਰਹੀ ਆ, ਇਹ ਜੋ ਕਰਦਾ ਪਿਆ ਇਹਦੇ ਕੋਲ ਬਿਮਾਰੀ ਕਰਾ ਰਹੀ ਆ, ਇਹਦੇ ਵੱਸ ਦੀ ਗੱਲ ਨਹੀਂ ਹੈ। ਜਦੋਂ ਤੁਸੀਂ ਆਪਣੇ ਦਿਲ ਤੱਕ ਇਹ ਚੀਜ਼ ਐਕਸੈਪਟ ਕਰੋਗੇ ਨਾ, ਫਿਰ ਤੁਹਾਡੇ ਦਿਲ 'ਚੋਂ ਇੱਕ ਆਵਾਜ਼ ਆਏਗੀ ਵੀ ਹੁਣ ਫਿਰ ਕੀ ਕਰੀਏ। ਫਿਰ ਸਾਡੇ ਦਿਲ 'ਚ ਆਵਾਜ਼ ਆਏਗੀ ਵੀ ਇਹ ਇੱਕ ਬਿਮਾਰੀ ਹੈ। ਕਿਉਂ ਜੀ? ਬਿਲਕੁਲ ਸਰ। ਮੈਂ ਦਿਲ ਵਰਡ ਤਾਂ ਯੂਜ਼ ਕਰਦਾ ਪਿਆ ਵਾਂ ਕਿਉਂਕਿ ਅਸੀਂ ਤਹਿ ਤੱਕ ਜਾਣਾ। ਬੇਸ਼ੱਕ ਇਹ ਜਿਹੜੀ ਬਿਮਾਰੀ ਆ ਇਹ ਦਿਮਾਗ ਦੀ ਆ, ਬੇਸ਼ੱਕ ਇਹ ਬਿਮਾਰੀ ਦਿਮਾਗ ਦੀ ਆ, ਪਰ ਇਹਦੇ ਠੀਕ ਹੋਣ ਦਾ ਜਿਹੜਾ ਰਸਤਾ ਨਾ ਉਹ ਦਿਲ ਦੇ ਥਰੂ ਹੀ ਹੈਗਾ। ਸਮਝਦੇ ਪਏ ਮੈਂ ਕੀ ਕਹਿ ਰਿਹਾ? ਮਤਲਬ ਕਿ ਸਾਡੇ ਪੇਸ਼ੈਂਟ ਨੂੰ ਵੇਖ ਕੇ ਸਾਡਾ ਦਿਮਾਗ ਘਬਰਾਉਂਦਾ ਕਿ ਸਾਡਾ ਦਿਲ ਘਬਰਾਉਂਦਾ? ਸਾਡਾ ਦਿਮਾਗ ਡਰਦਾ ਕਿ ਦਿਲ ਡਰਦਾ? ਸਾਡਾ ਦਿਮਾਗ ਘਟਦਾ ਕਿ ਦਿਲ ਘਟਦਾ? ਗੱਲ ਸੌਖੀ ਹੋ ਜਾਏਗੀ, ਗੱਲ ਤਹਿ ਤੱਕ ਸਮਝ ਆਏਗੀ। ਪਰ ਬਿਮਾਰੀ ਦਿਮਾਗ ਦੀ ਹੈ। ਪਰ ਦੇਖੋ ਤੁਸੀਂ सर, क्योंकि दिल को भी तो दिमाग ही ऑपरेट कर रहा है। ਮਤਲਬ ਕਿ ਤੁਸੀਂ ਦੇਖੋ ਵੀ ਇਸ ਕਰਕੇ ਇਹ ਗੱਲ ਸਾਡੇ ਦਿਲ 'ਚ ਘਰ ਘਰ ਜਾਣੀ ਚਾਹੀਦੀ ਆ ਵੀ ਇਹ ਨਸ਼ਾ ਕਰਨਾ ਇੱਕ ਬਿਮਾਰੀ ਆ। ਫਿਰ ਇਹ ਦਿਮਾਗ ਦੀ ਬਿਮਾਰੀ ਆ। ਜਿਸ ਤਰ੍ਹਾਂ ਅਕਸਰ ਅਸੀਂ ਆਪਣੇ ਪੇਸ਼ੈਂਟ ਨੂੰ ਕਹਿ ਹੀ ਦਿੰਦੇ ਆ ਘਰ ਦੇ ਵਿੱਚ, ਇਹਦੇ ਨਾਲ ਗੱਲ ਨਾ ਕਰੋ, ਇਹਦਾ दिमाग खराब है। ਕਹਿੰਦੇ ਆ ਨਾ ਵੀ ਇਹਦੇ ਨਾਲ ਗੱਲ ਕਰੋ, ਇਹ ਹਿੱਲਿਆ ਜੇ। ਮੈਨੂੰ ਮੇਰੇ ਘਰ ਦੇ ਕਹਿੰਦੇ ਹੁੰਦੇ ਇਹਨੂੰ ਨਾ ਬੁਲਾਇਓ, ਇਹ ਹਿੱਲੇ ਦਾ ਮਤਲਬ ਮੈਂਟਲੀ ਅਪਸੈਟ ਹੈ। ਤੇ ਫਿਰ ਤੁਹਾਡੇ ਦਿਲ 'ਚ ਆਵਾਜ਼ ਆਏਗੀ ਆਪਾਂ ਬਿਲਕੁਲ ਸਹੀ ਜਗ੍ਹਾ ਤੇ ਬੈਠੇ ਹਾਂ। ਕਿੱਥੇ ਬੈਠੇ ਆ? ਦਿਮਾਗ ਦੇ ਹਸਪੀਟਲ। ਬਾਹਰੋਂ ਵੇਖਣ ਨੂੰ ਲੱਗਦਾ ਵਾ ਵੀ ਅਸੀਂ ਨਸ਼ਾ ਛਡਾਊ ਕੇਂਦਰ 'ਚ। ਪਰ ਜਦੋਂ ਤੁਸੀਂ ਇਨਸਾਈਡ ਦਾ ਹਸਪੀਟਲ ਆਓਗੇ, ਇਹਨਾਂ ਕੁਰਸੀਆਂ ਤੇ ਬੈਠੋਗੇ, ਚੰਗੀ ਤਰ੍ਹਾਂ ਇਸ ਚੀਜ਼ ਨੂੰ ਐਨਾਲਾਈਜ਼ ਕਰੋਗੇ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਸਾਡਾ ਪੇਸ਼ੈਂਟ ਜੋ ਕਰਦਾ ਪਿਆ ਵਾ ਇਹ ਐਸ਼ ਨਹੀਂ ਕਰਦਾ ਪਿਆ, ਇਹ ਮਜ਼ੇ ਨਹੀਂ ਕਰਦਾ ਪਿਆ, ਇਹ ਟੌਰ ਨਹੀਂ ਜਤਾ ਰਿਹਾ, ਇਹ ਤੇ ਬਸ ਫਸਿਆ ਪਿਆ ਵਾ, ਇਹ ਤੇ ਨਸ਼ਾ ਫਸੀ ਨੂੰ ਕਰਦਾ। ਐਂਡ ਇੱਕ ਚੀਜ਼ ਨੂੰ ਹੋਰ ਐਨਾਲਾਈਜ਼ ਕਰੋ ਵੀ ਇਹ ਨਸ਼ਾ ਇਸ ਕਰਕੇ ਕਰਦਾ ਹੈ ਵੀ ਇਹ ਕੋ ਨਸ਼ੇ ਬਗੈਰ ਰਿਹਾ ਨਹੀਂ ਜਾਂਦਾ। ਤੇ ਜਿਸ ਤਰ੍ਹਾਂ ਅਸੀਂ ਉਹਨੂੰ ਸਮਝਾਉਂਦੇ ਆ ਜਾਂ ਉਹਨੂੰ ਕਹਿੰਦੇ ਆ ਵੀ ਤੂੰ ਨਸ਼ਾ ਛੱਡ ਦੇ, ਇਹ ਉਹਦੇ ਵਾਸਤੇ ਪੋਸੀਬਲ ਨਹੀਂ ਹੈਗਾ, ਕਿਉਂਕਿ ਉਹਦੇ ਦਿਮਾਗ 'ਚ ਪ੍ਰੋਬਲਮ ਹੈ। ਦੇਖੋ ਕਿੰਨਾ ਸੌਖਾ ਹੋ ਜਾਏਗਾ। ਆਮ ਕਰਕੇ ਪਤਾ ਕੀ ਕਹਿੰਦੇ ਆ, ਸੇ ਨੋ ਟੂ ਡਰੱਗਸ। ਇਹਦਾ ਕੀ ਮਤਲਬ ਹੈ? ਇਹਦਾ ਕੀ ਮਤਲਬ ਹੈ? ਉਹ ਤੇ ਸ਼ਰਾਬ ਦੀ ਬੋਤਲ ਤੇ ਵੀ ਲਿਖਿਆ ਹੁੰਦਾ, ਪਹਿਲਾਂ ਸਾਡੇ ਵੇਲੇ ਲਿਖਿਆ ਹੁੰਦਾ ਸੀ ਬਹੁਤੀ ਪੀਣੀ ਸਿਹਤ ਲਈ ਹਾਨੀਕਾਰਕ ਹੈ।
ਬਾਅਦ ਚ ਉਹਨਾਂ ਨੇ ਲਿਖਣਾ ਸ਼ੁਰੂ ਕਰਤਾ ਪੀਣੀ ਸਿਹਤ ਲਈ ਹਾਨੀਕਾਰਕ ਹੈ। ਪਰ ਆਪਾਂ ਕੀ ਕਰਨਾ, ਜਦੋਂ ਪੀਣ ਲੱਗਣਾ ਉਹਦੇ ਤੇ ਅੰਗੂਠਾ ਰੱਖ ਲੈਣਾ ਵੀ ਨਜ਼ਰ ਨਾ ਆਵੇ। ਦੇਖੋ ਇਹ ਬਿਮਾਰੀ ਆ, ਇਹ ਬਿਮਾਰੀ ਆ। ਹਾਂਜੀ सर इसमें मैं थोड़ा ऐड करना चाहूँगा हाँ कि अवेयरनेस का मतलब होता है जागरूकता, ठीक है है। ना। तो हमें समझ आना चाहिए कि ड्रग है क्या। ठीक है। मैं 4 साल रिकवरी में हूँ। ठीक है। 4 साल मेरा नशा का पीरियड था। ठीक है। उसमें मैंने वीड यूज करी। ठीक है। शुरू मैंने वीड से करा। ठीक है। क्यों करा? क्योंकि मेरे को लगा था वो ड्रग नहीं है। ठीक है। ये पता होना चाहिए लोगों को, क्योंकि मेरे फैमिली में पापा का ट्रीटमेंट हो चुका था बाइपोलर का और शराब का। ठीक है। लेकिन मुझे लगता था कि सिगरेट ड्रग है या शराब ड्रग है। ठीक। लेकिन जो कमी है और खामी है, कमी और खामी वो ड्रग में नहीं होती, ठीक है। वो हमारी बॉडी में होती है। ठीक है। अगर मुझे पता होता कि वीड भी ड्रग है, जैसे मेरे को लगता था नेचुरल है, वो किसी फैक्ट्री में नहीं बनता, सेफ है, मेरे को तो ये नॉलेज मिली। लेकिन मेरे एक बार अंदर चला गया वो, तो उसने अपना काम कर दिया। तो जो ड्रग होता है उसमें प्रॉब्लम नहीं होती, जो हमारी बॉडी है वो ड्रग के लिए बनी नहीं है। ठीक। ये बहुत इंपॉर्टेंट बात है सर। अगर ये नहीं होता मेरे साथ तो मैं शायद कभी नशा करता ही नहीं, क्योंकि मैं सिगरेट को नो बोलता था, अल्कोहल को नो बोलता था, हार्ड ड्रग्स को तो मेरा नो था ही था। ठीक है। तो ड्रग अवेयरनेस, हमें अवेयर होना पड़ता है, क्योंकि अगर ड्रग की प्रॉब्लम है और या कोई चीज है, सब्सटेंस है, तो शॉपिंग एडिक्शन नहीं होती, तो आपकी पढ़ाई की एडिक्शन जैसे अभय सर को है वो नहीं होती। तो प्रॉब्लम हमारी बॉडी में है, सिर्फ ड्रग में नहीं है। ड्रग उसको एग्जैजरबेट करता है, बढ़ाता है, बढ़ा चढ़ा कर करता है। ये मेरे को शेयर करना था सर। ਗੁੱਡ ਵੈਰੀ। ਕੱਲ੍ਹ ਆਪਾਂ ਗੱਲ ਕਰਦੇ ਪਏ ਆ ਵੀ ਜਿਹੜੀ ਚੀਜ਼ ਤੁਹਾਨੂੰ ਪਹਿਲਾਂ ਮਜ਼ਾ ਦੇਵੇ ਤੇ ਬਾਅਦ ਚ ਸਜ਼ਾ ਦੇਵੇ, ਭਾਵੇਂ ਕੋਈ ਚੀਜ਼ ਹੋਵੇ, ਭਾਵੇਂ ਕੋਈ ਚੀਜ਼ ਹੋਵੇ, ਜਿਹੜੀ ਚੀਜ਼ ਪਹਿਲਾਂ ਮਜ਼ਾ ਦੇਵੇ ਤੇ ਮੁੜ ਕੇ ਸਜ਼ਾ ਦੇਵੇ। ਇਹਦੇ ਵਿੱਚ ਡਰੱਗ ਹੋਵੇ, ਰਿਲੇਸ਼ਨਸ਼ਿਪ ਹੋਵੇ, ਪੜ੍ਹਾਈ ਹੋਵੇ, ਕੁਛ ਹੋਵੇ, ਮਤਲਬ ਕਿ ਉਹ ਆ। ਸੋ ਮਤਲਬ ਕਿ ਸਾਡੀ ਮੇਨ ਕਹਿਣ ਦਾ ਮਤਲਬ ਹੈ ਵੀ ਇਹ ਇੱਕ ਬ੍ਰੇਨ ਦੀ ਪ੍ਰੋਬਲਮ ਹੈ। ਅਸੀਂ ਡਰੱਗ ਦੀ ਖੱਪ ਪਾਈ ਜਾਂਦੇ ਆ, ਇਸ ਤੋਂ ਗਾਂ ਤੁਰਦੇ ਹੀ ਨਹੀਂ। ਐਂਡ ਵੱਧ ਤੋਂ ਵੱਧ ਜਗ੍ਹਾ ਜਗ੍ਹਾ ਲਿਖਿਆ ਮਤਲਬ ਕਿ ਸੇ ਨੋ ਟੂ ਡਰੱਗ, ਸੇ ਨੋ ਟੂ ਡਰੱਗਸ। ਇਹ ਕੀ ਹੋਇਆ ਵੀ? ਇਹ ਇੰਨਾ ਸੌਖਾ ਵਾ? ਇਹ ਇੰਨਾ ਸੌਖਾ ਨਹੀਂ ਹੈਗਾ। ਮਤਲਬ ਕਿ ਸੇ ਨੋ ਟੂ ਡਰੱਗਸ, ਖਿਆਲ ਤਾਂ ਫਿਰ ਡਰੱਗਸ ਦਾ ਹੀ ਆ ਗਿਆ, ਵਾਸਤੇ ਤੁਸੀਂ ਫਿਰ ਗਏ। ਨਾਲੇ ਇੰਨਾ ਸੌਖਾ ਨਹੀਂ ਹੈਗਾ ਜਿੰਨਾ ਸੌਖਾ ਲਿਖਣਾ ਵਾ। ਕਰਨ ਵਾਸਤੇ ਮਿਹਨਤ ਚਾਹੀਦੀ ਆ, ਕਰਨ ਵਾਸਤੇ ਫਿਰ ਗਹਿਰਾਈ 'ਚ ਜਾਣਾ ਪੈਂਦਾ ਵਾ। ਜਿਸ ਤਰ੍ਹਾਂ ਮੈਂ ਬਾਈਪੋਲਰ ਆ, ਤੁਸੀਂ ਬਾਈਪੋਲਰ ਜੇ। ਹੁਣ ਡਰੱਗ ਦੇ ਵਿੱਚ ਇੱਕ ਚੀਜ਼ ਬੜੀ ਆ ਵੀ ਜਿਹੜਾ ਬੰਦਾ ਮਤਲਬ ਕਿ ਡਰੱਗ ਲੈਂਦਾ ਵਾ ਉਹ ਜ਼ਰੂਰ ਕਿਸੇ ਨਾ ਕਿਸੇ ਦਿਮਾਗੀ ਬਿਮਾਰੀ ਤੋਂ ਪੀੜਤ ਹੁੰਦਾ, ਉਹ ਕਿਸੇ ਸਕੈਟਰਿਕ ਪ੍ਰੋਬਲਮ ਤੋਂ ਜ਼ਰੂਰ ਪੀੜਤ ਹੁੰਦਾ। ਕਿਉਂਕਿ ਸਾਡੇ ਇੱਥੇ ਵੇਖਿਆ ਗਿਆ ਵਾ ਵੀ ਤਕਰੀਬਨ ਪੇਸ਼ੈਂਟ 95% ਜਿਹੜੇ ਪੇਸ਼ੈਂਟ ਆ ਨਾ ਉਹ ਡਿਊਲ ਡਾਇਗਨੋਜ਼ ਆ। ਹੁਣ ਜੇ ਸਿਰਫ ਅਸੀਂ ਡਰੱਗ ਦੀ ਗੱਲ ਕਰੀਏ ਤੇ ਉਹ ਜਿਹੜੀ ਮਾਨਸਿਕ ਬਿਮਾਰੀ ਆ ਜਿਹੜਾ ਰੂਟ ਕਾਜ਼ ਆ ਨਸ਼ਾ ਕਰਨ ਦਾ, ਉਹਦੀ ਤੇ ਗੱਲ ਹੀ ਨਹੀਂ ਹੈਗੀ। ਗੱਲ ਸਮਝੋ ਨਾ ਵੀ ਉਹਦੀ ਤੇ ਕਿਤੇ ਗੱਲ ਹੀ ਨਹੀਂ ਹੁੰਦੀ। ਸੋ ਡਰੱਗ ਇਜ਼ ਨਾਟ ਏ ਪ੍ਰੋਬਲਮ। ਸਾਡਾ ਸਰੀਰ ਨਸ਼ਈ ਹੈਗਾ, ਸਾਡਾ ਸਰੀਰ ਨਸ਼ਈ ਆ ਜਿਹੜਾ ਕਿਸੇ ਵੀ ਚੀਜ਼ ਨੂੰ ਨਸ਼ੇ ਵਿੱਚ ਕਨਵਰਟ ਕਰ ਦਿੰਦਾ। ਇਸ ਤਰ੍ਹਾਂ ਕਹਿ ਲਓ, ਆਹ ਸੌਖਾ ਜੀ, क्यों जी? सर इसमें मैं एक चीज़ ऐड करूंगी, जैसे सर ने हमें बताया कि 80 और 20% लोगों में हम आते हैं। अब 80% जो लोग हैं ना, जैसे आप कह रहे हो से नो टू ड्रग्स, हाँ। उनके लिए वो एप्लीकेबल है, बट नॉट फॉर अस जिनको ये डिजीज है, ब्रेन डिजीज है,
उनके लिए ये एप्लीकेबल नहीं है, उनको एक प्रॉपर प्रोसेस ही गो थ्रू करना पड़ेगा। और सर यूजुअली मीटिंग्स में बताते भी हैं कि हम 20% वो लोग हैं जिनके अंदर, जिनकी बॉडी के अंदर नशा जाके गंदा हो जाता है। नशा हमारी बॉडी को नहीं गंदा करता, नशा जाके एलर्जिक हो जाता है हमारी बॉडी में जाके। तो दिस इज व्हाट, कि जैसे सर कह रहे हैं, कनव ने बोला कि बेसिकली हमें ये जानना है सबसे पहले कि नशा बहुत से लोग हैं, इवन 80% लोग भी करते हैं, है ना सोसाइटी में। सर आप देखते होंगे, मैं भी अपनी फैमिली में भी देखती हूँ, बट उनको वो बीमारी नहीं है, वो जब चाहे कर ले, जब चाहे छोड़ दें। पर हम वो 20% कैटेगरी में है जिनके पास ब्रेक्स नहीं है। मैं स्टार्टिंग में मैं आपसे सर से मैंने सुना था, सर बोलते थे हमारी ब्रेकें फेल है, कि अगर हमारे अंदर कोई भी किसी भी तरह से कोई भी ड्रग जाती है, चाहे वो छोटी है चाहे वो बड़ी है, तो उसने हमारी बॉडी को गंदा नहीं करना, वो नशे को हमारी बॉडी ने गंदा कर देना है। और जो ਜਿਹੜਾ ਕਿ ਸਭ ਤੋਂ ਆਪਣਾ ਕੀ ਕਹਿੰਦੇ ਆ ਬੈਡ ਪਾਰਟ ਇਹਦਾ ਇਹ ਹੈ ਕਿ ਅਸੀਂ ਜਿਹੜੇ 20% ਚੋਂ ਹੈਗੇ ਨਾ, ਅਸੀਂ ਆਪਣਾ ਜਿਹੜੇ ਐਗਜ਼ਾਮਪਲਸ ਦਿੰਦੇ ਆ ਨਾ ਸਭ ਨੂੰ ਕਿ ਜੀ ਉਹ 80% ਵਾਲਿਆਂ ਚ ਦਿੰਦੇ ਕਿ ਉਹਨੇ ਐਵੇਂ ਛੱਡ ਲਿਆ, ਉਹਨੇ ਐਵੇਂ ਛੱਡ ਲਿਆ, ਉਹਨੇ ਆਪਣਾ ਰਾਤ ਨੂੰ ਉੱਠਿਆ ਅਗਲੇ ਦਿਨ ਕਿਹਾ ਮੈਂ ਸ਼ਰਾਬ ਨਹੀਂ ਪੀਣੀ, ਉਹ ਹੈ ਹੀ ਨਹੀਂ ਐਡਿਕਟ। यस, ਅਸੀਂ ਸਾਰੇ ਐਗਜ਼ਾਮਪਲਸ ਉਹਨਾਂ ਦੇ ਦਿੰਦੇ ਆ। एग्जैक्टली। So that is the biggest, this thing. ਇਹ ਤੇ ਇਹਦੇ ਵਿੱਚ ਇੰਟਰਸਟਿੰਗ ਚੀਜ਼ ਪਤਾ ਕੀ ਆ, ਜਿਹੜਾ 20% ਵਾਲਾ ਨਾ ਉਹ ਭੱਜ ਭੱਜ ਕੇ 80 ਨਾਲ ਲੜਨ ਡਿਆ ਵੀ ਮੈਂ 80 ਵਾਲਾ ਹੋ ਜਾ, ਤੇ 80 ਵਾਲਾ ਕਹਿੰਦਾ ਮੈਂ ਤੇ 20 ਹੈਗਾ ਹੀ ਨਹੀਂ। ਇਹ ਜਿਹੜਾ ਪ੍ਰਪੋਰਸ਼ਨ ਆ ਨਾ, ਇਹ ਬੜਾ ਇੰਟਰਸਟਿੰਗ ਹੈ। ਐਂਡ ਜਿੱਧਰ ਮੈਂ ਦੇਖਦਾ ਵਾਂ, ਚਲੋ ਆਪਾਂ 80 ਮਤਲਬ ਕਿ 20 ਦੀ ਗੱਲ ਕਰਦੇ ਆ, ਪਰ ਮੈਂ ਬਹੁਤ ਸਾਰੇ ਆਪਣੇ ਇਹੋ ਜਿਹੇ ਰਿਸ਼ਤੇਦਾਰੀਆਂ 'ਚ ਜਾਂ ਆਲੇ ਦੁਆਲੇ ਵੇਖਦਾ ਵਾਂ ਵੀ ਜਿਹੜੇ ਐਡਿਕਟ ਨਹੀਂ ਹੈਗੇ, ਜਿਹੜੇ ਆਮ ਪੀਂਦੇ ਆ, ਉਹਨਾਂ ਦੀ ਵੀ ਲਾਈਫ ਕੋਈ ਏਡੀ ਵਧੀਆ ਨਹੀਂ ਹੈਗੀ। ਸਿਰਫ ਉਹਨਾਂ ਦਾ ਇੱਕ ਐਡਵਾਂਟੇਜ ਹੈ ਵੀ ਉਹ ਪੈਸਾ ਕਮਾ ਰਹੇ ਆ ਤੇ ਉਹ ਪ੍ਰੋਡਕਟਿਵ ਹੈ ਤੇ ਥੋੜਾ ਜਿਹਾ ਕਰ ਰਹੇ ਆ, ਬਾਕੀ ਪੈਸਾ ਬੜੀਆਂ ਚੀਜ਼ਾਂ ਦੇ ਪਰਦੇ ਪਾ ਦਿੰਦਾ। ਉਹ ਜਿਹੜਾ ਪੈਸਾ ਪਰਦੇ ਪਾਉਂਦਾ ਨਾ, ਰਿਸੋਰਸਿਸ ਪਰਦੇ ਪਾਉਂਦੇ ਆ, ਉਹਦੇ ਨਾਲ ਆਪਾਂ ਸਲਿੱਪ ਕਰ ਜਾਂਦੇ 80 ਦੇ ਵਿੱਚ। ਇਹ ਵੀ ਗੱਲ ਹੈਗੀ, ਮੈਂ ਵੀ ਚੀਜ਼ ਦੇਖੀ ਆ, ਕਿਉਂਕਿ ਘਰ ਦੇ ਅਕਸਰ ਉਦੋਂ ਇਲਾਜ ਕਰਾਉਣ ਆਉਂਦੇ ਆ ਜਦੋਂ ਫਾਈਨੈਂਸ਼ੀਅਲੀ ਲੋਸ ਬਹੁਤ ਹੋ ਜਾਂਦਾ। ਜੇ ਬੰਦਾ ਮਤਲਬ ਕਿ ਨਸ਼ਾ ਕਰਦਾ ਰਵੇ, ਨਾਲ ਕੰਮਕਾਰ ਵੀ ਕਰਦਾ ਰਵੇ, ਕਮਾਈ ਵੀ ਕਰਦਾ ਰਵੇ, ਜਿਹੜੀ ਕਿ ਉਹ ਨਹੀਂ ਕਰ ਸਕਦਾ, ਜਿਹੜੀ ਕਿ ਉਹਦੀ ਕਪੈਸਿਟੀ ਨਹੀਂ ਹੈਗੀ, ਪਰ ਜੇ ਉਹ ਕਿਤੇ ਹੀ ਲਵਸੀਲਾ ਕਰਕੇ ਜ਼ੋਰ ਲਾ ਕੇ ਕਰਦਾ ਰਵੇ ਨਾ, ਘਰਦਿਆਂ ਨੂੰ ਵੀ ਕੋਈ ਮਾਈਂਡ ਨਹੀਂ ਹੈਗਾ, ਘਰਦੇ ਵੀ ਉਹ ਚੀਜ਼ ਤੇ ਆਬਜੈਕਸ਼ਨ ਨਹੀਂ ਕਰਦੇ। ਇੱਕ ਨਾ ਇੱਕ ਚੀਜ਼ ਹੋਰ ਮੈਂ ਐਡ ਕਰਾਂਗੀ ਮੀਨਾਕਸ਼ੀ ਦੀ, ਕਿ ਜਿਸ ਤਰ੍ਹਾਂ ਹੁਣ ਆਪਾਂ ਛੋਟੇ ਮਤਲਬ ਪੜ੍ਹਦੇ ਆ, ਛੋਟੀ ਕਲਾਸਿਸ ਤੋਂ ਹੀ ਆਪਾਂ ਪੜ੍ਹ ਕੇ ਵੱਡੀਆਂ ਕਲਾਸਿਸ 'ਚ ਜਾਂਦੇ ਆ, ਤੇ ਉੱਥੇ ਆਪਾਂ ਜਿਹੜਾ ਪੜ੍ਹਦੇ ਆ ਨਾ EVS, ਉਹਦੇ ਵਿੱਚ ਕਿਤੇ ਵੀ ਨਾ ਨਿਊਟ੍ਰੀਸ਼ੀਅਸ ਫੂਡ ਦੇ ਵਿੱਚ ਅਲਕੋਹਲ ਜਾਂ ਜੋ ਵੀ ਹੁੰਦਾ ਸਬਸਟੈਂਸ, ਇਹਨੂੰ ਪਲੇਟ 'ਚ ਨਹੀਂ ਪਾ ਕੇ ਰੱਖਿਆ ਹੁੰਦਾ। ਮਤਲਬ ਜੋ ਫਰਕ ਹੈ ਉਹ ਹੈ, ਮਤਲਬ ਬੱਚਾ ਅਸੀਂ ਗਰੋਥ 'ਚ ਨਰਚਰ ਕਰਦੇ ਹਾਂ, ਤੇ ਉਹਦੇ ਵਾਸਤੇ ਅਸੀਂ ਦੁੱਧ, ਮੱਖਣ, ਪਨੀਰ, ਦਾਲ ਦਾ ਪਾਣੀ, ਦਲੀਆ, ਓਟਸ, ਇਹ ਨਿਊਟ੍ਰੀਸ਼ੀਅਸ ਫੂਡ ਐਡ ਕਰਦੇ ਹਾਂ। ਠੀਕ ਹੈ ਨਾ, ਕਿਤੇ ਵੀ ਅਸੀਂ ਉਹਨੂੰ ਇਹ ਨਹੀਂ ਕਹਿੰਦੇ 2 ਬੂੰਦਾ ਉਹ ਪਿਆ ਦੋ ਜਾਂ ਇਹਨੂੰ ਇਹ ਖਵਾ ਦੋ, ਮਤਲਬ ਤਾਕਤ ਆ ਜਾਏਗੀ ਜਾਂ ਇਹ ਉਹ। ਬਾਕੀ ਦੂਸਰੀ ਚੀਜ਼ ਹੈ ਜਿਹੜੀ ਅੱਜ ਦੀ ਮਾਰਨਿੰਗ ਮੀਟਿੰਗ ਸੀ, ਉਹਦੇ 'ਚ ਸਰ ਜੀ ਨੇ ਬਿਲਕੁਲ ਕਲੀਅਰ ਦੱਸਿਆ, ਹਾਂ ਫਰਕ ਹੈ ਜਿਹੜਾ ਸਰ ਜੀ ਹੈ, ਕਿਉਂਕਿ ਉਹ ਅਲਕੋਹਲ ਹੈ ਤੇ ਇੱਧਰ ਨਿਊਟ੍ਰੀਸ਼ੀਅਸ ਫੂਡ ਹੈ। ਮਤਲਬ ਸਰ ਜੀ ਨੇ ਦੱਸਿਆ ਸੀ ਕਿ ਜੋ ਤੁਹਾਡੀ ਬੋਡੀ ਨਹੀਂ ਪਚਾਉਂਦੀ, ਤੇ ਕਿੰਨਾ ਕੁਛ 5999 ਚੀਜ਼ਾਂ ਏ ਜਿਹੜੀਆਂ ਅਲਕੋਹਲ ਤੋਂ ਬਿਨਾਂ ਤੁਹਾਡੀ ਬੋਡੀ ਪਚਾਉਂਦੀ ਹੈ। ਠੀਕ ਹੈ, ਤੇ ਉਹਦੇ 'ਚ ਜਿਸ ਤਰ੍ਹਾਂ 80 ਤੇ 20 ਦਾ ਵੀ ਸਰ ਜੀ ਨੇ ਜੋ ਮੈਡੀਕਲ ਦੱਸਿਆ ਨਾ ਸਾਇੰਟੀਫਿਕਲੀ, ਉਹ ਇਹੋ ਹੀ ਸੀ ਕਿ ਜਿਹੜੇ 20% ਵਾਲੇ ਆ, ਉਹਨਾਂ ਦੇ ਅੰਦਰ ਜਦੋਂ ਸ਼ਰਾਬ ਜਾਂ ਕੋਈ ਵੀ ਤਰ੍ਹਾਂ ਦਾ ਅਲੱਗ-ਅਲੱਗ ਤਰ੍ਹਾਂ ਦਾ ਨਸ਼ਾ ਜਾਂਦਾ ਹੈ, ਤੇ ਉਹਨਾਂ ਦੇ ਅੰਦਰ ਜਾ ਕੇ ਉਹ ਰਸਾਇਣ ਨਹੀਂ ਬਣਾਉਂਦਾ ਜਿਹੜੇ ਉਹਨੂੰ ਬਾਹਰ ਨਿਕਾਲ ਦਿੰਦੇ ਆ, ਤੇ ਜਿਹੜੇ 80% ਵਾਲੇ ਆ ਉਹਨਾਂ ਦੇ ਬਣ ਜਾਂਦੇ ਆ। ਮਤਲਬ ਉਹਨਾਂ ਦੀ ਬਾਡੀ 'ਚ ਨਸ਼ਾ ਸਟੋਰ ਨਹੀਂ ਹੁੰਦਾ, ਤੇ ਉੱਪਰ ਚੜ ਕੇ ਬ੍ਰੇਨ ਦੇ ਸਾਰੇ ਮਤਲਬ ਕੈਮੀਕਲਸ ਨੂੰ ਖਰਾਬ ਨਹੀਂ ਕਰਦਾ, ਡਿਸਟਰੋਏ ਨਹੀਂ ਕਰਦਾ। ਤੇ ਹਾਂ, ਇਹ ਤੇ ਇਫੈਕਟ ਹੈ ਸਰ ਜੀ। ਮੈਂ ਇੱਥੇ ਆਪਣੇ ਆਪ ਨੂੰ ਨਾ, ਕਿਉਂਕਿ ਮੈਨੂੰ ਪਤਾ ਹੈ ਮੇਰੇ ਪਰਿਵਾਰ 'ਚ ਜਿਹੜੀ ਬਿਮਾਰੀ ਆਈ ਹੈ ਨਾ, ਇਹ ਜਾਨਲੇਵਾ ਹੈ। मैं ਇਹ ਨਹੀਂ ਕਵਾਂਗੀ ਅੱਜ ਡਰੱਗਸ ਡੇ ਵਾਲੇ ਦਿਨ ਕੀ ਡਰੱਗਸ ਬੁਰੀ ਨਹੀਂ ਹੈ, ਮਤਲਬ ਠੀਕ ਹੈ, ਉਹ ਨਿਊਟ੍ਰੀਸ਼ੀਅਸ ਫੂਡ ਵੀ ਨਹੀਂ ਹੈ, ਉਹ ਕਿਤੇ ਨਹੀਂ ਨਿਊਟ੍ਰੀਸ਼ੀਅਸ ਫੂਡ ਨਹੀਂ ਹੈ ਕਿ ਜੇ ਮੈਂ ਕਹਾਂ ਮੈਨੂੰ ਕੋਈ ਵੀ ਡਾਕਟਰ ਪ੍ਰੈਸਕ੍ਰਿਪਸ਼ਨ ਦੇ ਵਿੱਚ ਲਿਖ ਕੇ ਦਿੰਦਾ ਹੋਵੇ ਕਿ 2 ਬੋਤਲਾਂ ਆਪਣੇ ਬੱਚੇ ਨੂੰ ਵੀ ਪਿਆਓ ਜੇ ਉਹਨੂੰ ਬੁਖਾਰ ਚੜਿਆ, ਤੇ 2 ਬੋਤਲਾਂ ਆਪਣੇ ਹਸਬੈਂਡ ਨੂੰ ਵੀ ਪਿਆਓ, ਤੁਸੀਂ ਵੀ ਪੀਓ, ਤੁਹਾਨੂੰ ਵੀ ਤਾਕਤ ਆ ਜਾਏਗੀ। ਨਹੀਂ, ਜੋ ਹੈ ਉਹ ਹੈ।
ਹਾਂ ਮੇਰਾ ਹਸਬੈਂਡ ਮੇਰਾ ਪਰਿਵਾਰ 20% ਚਾਹੁੰਦਾ ਹੈ ਜਿਹਦੀ ਬੋਡੀ 'ਚ ਜੇ ਨਸ਼ਾ ਜਾਏਗਾ ਤੇ ਉਹ ਹਾਂ ਬਾਹਰ ਮਤਲਬ ਐਂਜ਼ਾਈਮ ਬਣ ਕੇ ਰਸਾਇਣ ਪਦਾਰਥ ਬਣ ਕੇ ਬਾਹਰ ਨਹੀਂ ਨਿਕਲੇਗਾ, ਉਹਦੀ ਬੋਡੀ 'ਚ ਉਹਨੂੰ ਡਿਸਟਰੋਏ ਕਰ ਦੇਗਾ। ਤੇ ਬਾਕੀ ਰਹੇ ਸਾਡੇ ਆਰਗਨਸ, ਲੀਵਰ ਹੋ ਗਿਆ, ਫੇਫੜੇ ਹੋ ਗਏ, ਕਿਡਨੀ ਹੋ ਗਈ, ਇਹ ਸਾਰੇ ਆਰਗਨਸ ਸਟੀਲ ਤੇ ਲੋਹੇ ਦੇ ਨਹੀਂ ਹੈ ਕਿ ਜੇ ਇਹਨਾਂ ਨੂੰ ਤੁਸੀਂ ਪੀ ਵੀ ਜਾਓਗੇ ਜਾਂ ਖਾਈ ਜਾਓਗੇ ਗੰਦਾ ਮੰਦਾ ਤੇ ਤੁਹਾਨੂੰ ਕੁਝ ਨਹੀਂ ਹੋਏਗਾ। ਨਾਰਮਲ ਅਸੀਂ ਲੇਡੀਜ਼ ਨਹੀਂ ਮਤਲਬ ਇਹੋ ਜਿਹਾ ਕੁਝ ਲੈਂਦੇ ਤੇ ਤਾਂ ਵੀ ਅਸੀਂ ਕਿੰਨੀ ਕੇਅਰ ਨਾਲ ਚੱਲਦੇ ਆ ਕਿ ਜਿਵੇਂ ਸਰ ਜੀ ਬੋਲਦੇ ਆ ਤੁਹਾਡੇ ਕਿਚਨ ਦੇ ਹੀ 3 ਵਾਈਟ ਜਿਹੜੇ ਹੈਗੇ ਨੇ, ਜਿਵੇਂ 3 ਚਿੱਟੇ, ਨਮਕ, ਚੀਨੀ ਔਰ ਮੈਦਾ, ਤੇ ਅਗਰ ਇਹਨਾਂ ਨੂੰ ਤੁਸੀਂ ਅਨਲਿਮਿਟਿਡ ਲੈਂਦੇ ਹੋ ਤੇ ਇਹ ਵੀ ਤੁਹਾਡੀ ਬਾਡੀ ਨੂੰ ਨੁਕਸਾਨ ਕਰਦੇ ਆ। ਤੇ ਇਸ ਲਈ ਮਤਲਬ ਆਪਣੇ ਪੀਐਫਸੀ ਦੇ ਵਿੱਚੋਂ ਹੀ ਇਹ ਨਿਕਲ ਕੇ ਮੈਸੇਜ ਹੈ ਕਿ ਹਾਂ ਬਹੁਤ ਕੁਝ ਹੈ ਜਿਹੜਾ ਅਸੀਂ ਪਚਾ ਸਕਦੇ ਹਾਂ, ਅੱਛਾ ਖਾਣਾ ਪਚਾ ਸਕਦੇ ਆ। ਸਰ ਜੀ ਅੱਜ ਮਤਲਬ 50 ਪੁਆਇੰਟਸ ਲਿਖੇ ਉੱਥੇ, ਪੇਸ਼ੈਂਟਸ ਨੇ ਬੋਲੇ ਸਾਡੇ ਹਰਮਿਟੇਜ ਦੇ, ਕੋਈ ਕਹਿੰਦਾ ਮੈਂ ਆਪਣੇ ਪਰਿਵਾਰ ਦੇ ਨਾਲ ਖੇਲਣਾ ਪਚਾ ਸਕਦਾ, ਕੋਈ ਕਹਿੰਦਾ ਮੈਂ ਗਾਣਾ ਸੁਣਨਾ ਪਚਾ ਸਕਦਾ, ਕੋਈ ਕਹਿੰਦਾ ਮੈਂ ਮਤਲਬ ਗੇਮ ਖੇਲਣਾ, ਮਿਊਜ਼ਿਕ ਸੁਣਨਾ, ਮਤਲਬ ਸਾਰੇ ਅਲੱਗ-ਅਲੱਗ ਬੋਲੇ। ਕੋਈ ਕਹਿ ਰਿਹਾ ਮੈਂ ਆਈਸਕ੍ਰੀਮ ਪਚਾ ਸਕਦਾ ਵਾਂ ਅਗਰ ਮੈਂ ਉਹਨੂੰ ਕੁਆਂਟੀਟੀ 'ਚ ਮਤਲਬ ਮਿਨੀਮਮ ਕੁਆਂਟੀਟੀ 'ਚ ਲਵਾਂ ਤੇ ਇਸ ਲਈ ਇਹ ਜਿਹੜਾ ਫਰਕ ਹੈਗਾ ਨਾ ਡਰਗ ਦੇ ਤੇ ਹੈ ਫਰਕ ਕਿ ਡਰਗ ਜਿਹੜੀ ਹੈ ਕੋਈ ਨਿਊਟ੍ਰੀਸ਼ੀਅਸ ਫੂਡ ਨਹੀਂ ਹੈ, ਮੈਂ ਉਹਨੂੰ ਨਹੀਂ ਅਪਰੋਚ ਦਵਾਂਗੀ। ਹਾਂ ਉਹ ਮੇਰੇ ਸਰੀਰ 'ਚ ਪਏਗੀ ਤੇ ਤਬਾਹੀ ਕਰੇਗੀ ਪਰ ਉਹ ਹੈ ਤਬਾਹੀ ਵਾਲਾ ਹੀ ਪਦਾਰਥ, ਠੀਕ ਹੈ ਨਾ। ਚਲੋ ਇਹ ਤੇ ਨਿਸ਼ਾ ਜੀ ਆਪਾਂ ਸਾਰੇ ਐਕਸਪੀਰੀਅੰਸ ਕੀਤਾ। ਹਾਂਜੀ ਵੀਰੇ, ਆਂਦੇ ਕੋਈ ਚਲੋ ਤੁਸੀਂ ਯਾਦ ਕਰ ਲਓ। ਮਤਲਬ ਕਿ ਇਹ ਤੇ ਗੱਲ ਹੈਗੀ, ਇਹ ਐਕਸਪੀਰੀਅੰਸ ਤੇ ਆਪਾਂ ਸਾਰਿਆਂ ਨੇ ਕੀਤਾ ਆ, ਪਰ ਸਾਨੂੰ ਇੱਥੇ ਇਹ ਗੱਲ ਮੰਨ ਲੈਣੀ ਚਾਹੀਦੀ ਆ ਵੀ ਨਸ਼ਾ ਸਾਨੂੰ ਪਚਦਾ ਨਹੀਂ, ਕਿਸੇ ਤਰ੍ਹਾਂ ਦਾ ਨਸ਼ਾ ਸਾਨੂੰ ਨਹੀਂ ਪਚਦਾ। ਅਸੀਂ ਨਸ਼ੇ ਬਦਲ ਕੇ ਵੇਖ ਲਏ, ਕੁਆਂਟੀ ਵਧਾ ਘਟਾ ਕੇ ਵੇਖ ਲਈ, ਵੱਧ ਘੱਟ ਕਰਕੇ ਦੇਖ ਲਿਆ, ਮਤਲਬ ਕਿ 2 ਨਕਸ਼ੇ ਇਕੱਠੇ ਕਰਕੇ ਦੇਖ ਲਏ, ਸਾਰਾ ਕੁਝ ਕਰਕੇ ਦੇਖ ਲਿਆ। ਕਿਉਂਕਿ ਪਹਾੜੀਆ ਹਸਪੀਟਲ ਪਹੁੰਚਣਾ ਕੋਈ ਸੌਖੀ ਗੱਲ ਨਹੀਂ ਹੈਗੀ। ਤਕਰੀਬਨ ਬੰਦਾ ਬਾਬਿਆਂ ਕੋ ਵੀ ਹੋ ਆਉਂਦਾ, ਐਸਟ੍ਰੋਲੋਜਿਸਟ ਕੋ ਵੀ ਹੋ ਆਉਂਦਾ, ਸਿਆਣਿਆਂ ਕੋ ਵੀ ਹੋ ਜਾਂਦਾ, ਫਾਂਡੇ ਵੀ ਕਰਾ ਆਉਂਦਾ, ਸਭ ਕੁਝ ਕਰਾ ਕੇ ਇੱਥੇ ਆਉਂਦਾ। ਤੇ ਡਿਊਰਿੰਗ ਦੈਟ ਪੀਰੀਅਡ ਨੀਅਰ ਅਬਾਊਟ 8 to 10 years ਉਹ ਕਾਫੀ ਕੁਝ ਐਕਸਪੀਰੀਅੰਸ ਕਰ ਲੈਂਦਾ ਤੇ ਕਾਫੀ ਕੁਝ ਗਵਾ ਲੈਂਦਾ। ਤੇ ਗਵਾਉਣ ਦੇ ਨਾਲ ਗੱਲ ਸੀ ਵੀ ਕਾਫੀ ਕੁਝ ਸਿੱਖਦਾ, ਪਰ ਉਹ ਸਿੱਖਦਾ ਨਹੀਂ ਕਿਉਂਕਿ ਸਾਨੂੰ ਅਵੇਅਰਨੈਸ ਨਹੀਂ ਹੈਗੀ। ਇੱਥੇ ਆ ਕੇ ਮੈਂ ਜਦੋਂ ਮੇਰਾ ਟ੍ਰੀਟਮੈਂਟ ਹੋਇਆ ਨਾ, ਤੇ ਮੈਂ ਜਿਹੜੀ ਸਭ ਤੋਂ ਪਹਿਲੀ ਗੱਲ ਤੇ ਮੇਰਾ ਵਿਸ਼ਵਾਸ ਹੀ ਨਹੀਂ ਸੀ ਵੀ ਕੋਈ ਬੰਦਾ ਨਸ਼ੇ ਛੱਡ ਸਕਦਾ। ਮੈਂ ਕਦੀ ਕਿਸੇ ਨੂੰ ਛੱਡਦਿਆਂ ਵੇਖਿਆ ਨਹੀਂ, ਤੇ ਘਰ ਦੇ ਵੀ ਇਹੋ ਕਹਿੰਦੇ ਸੀ, ਤੇ ਜਿਹੜਾ ਆਉਂਦਾ ਸੀ ਉਹ ਵੀ ਕਹਿੰਦਾ ਬਸ ਇਹਦੇ ਨਾਲ ਹੀ ਜਾਊ, ਹੁਣ ਇਹ ਨਸ਼ੇ ਦੀ ਸ਼ਰਾਬ ਨਹੀਂ ਛੱਡ ਸਕਦਾ ਕੋਈ, ਇਹ ਤੇ ਜਿਸ ਘਰ 'ਚ ਵੜ ਗਈ ਨਾ ਉਸ ਘਰ ਦਾ ਤਬਾਹ ਕਰਦੀ ਆ। ਐਨ ਬੜੀਆਂ ਐਗਜ਼ਾਮਪਲਾਂ ਦੇਣੀਆਂ ਉਹਨਾਂ ਦੇ। ਇੱਕ ਤੇ ਮੈਂ ਆਪ ਬਹੁਤ ਜ਼ਿਆਦਾ ਬਿਮਾਰ ਸਾਂ, ਮੇਰਾ ਆਪਣਾ ਬਿਲੀਫ ਸਿਸਟਮ ਬੜਾ ਵੀਕ ਹੋ ਗਿਆ ਵੀ ਮੈਂ ਨਹੀਂ ਛੱਡ ਸਕਦਾ। ਦੂਜੋ ਜਿਹੜੇ ਬਾਹਰੋਂ ਕਹਿੰਦੇ ਸੀ ਉਹਨਾਂ ਮੇਰਾ ਹੋਰ ਪੱਕਾ ਹੋ ਗਿਆ ਵੀ ਤੂੰ ਤਾਂ ਛੱਡ ਹੀ ਨਹੀਂ ਸਕਦਾ। ਤੇ ਜੇ ਕਿਤੇ ਛੱਡਣ ਦਾ ਵਿਚਾਰ ਵੀ ਆਣਾ, ਮਾੜਾ ਮੋਟਾ ਕਿਤੇ ਵਿਚਾਰ ਆਣਾ, ਤੇ ਹੈਲਪ ਨਾ ਮਿਲਣੀ, ਛੱਡਣ ਦਾ ਤਰੀਕਾ ਨਾ ਪਤਾ ਲੱਗਣਾ, ਐਨ ਉਤਰਾ ਘਰਦਿਆਂ ਨੇ ਫੇਰ ਕਹਿਣਾ ਜੇ ਮੰਨ ਲਓ ਛੱਡੀ ਆ ਤੇ ਉਹਨਾਂ ਨੇ ਕਹਿਣਾ ਜੇਬਾਂ ਵਿਖਾ, ਮੂੰਹ ਸੰਘਾ, ਅੱਖਾਂ ਨੂੰ ਕੀ ਹੋਇਆ, ਤੁਰਦਾ ਕਿਸ ਤਰ੍ਹਾਂ ਵਾ, ਬਹਿੰਦਾ ਕਿਸ ਤਰ੍ਹਾਂ ਵਾ, ਹਿਲਦਾ ਕਿਸ ਤਰ੍ਹਾਂ ਵਾ, ਰੋਟੀ ਕੋ ਜ਼ਿਆਦਾ ਖਾਧੀ, ਰੋਟੀ ਘੱਟ ਕੋ ਖਾਧੀ, ਪਾਣੀ को ज्यादा पीन दिया। वो बंदा कहता है कि स्यापा पालिया मैं। सर फैमिली को भी अवेयरनेस नहीं होती ना, वही मैंने स्टार्टिंग में बताया कि हॉस्पिटल और प्रोफेशनल्स की हेल्प से हमें अवेयरनेस आएगी, क्योंकि जब तक फैमिली यहाँ पे जुड़ी है, जैसे सर बता रहे हैं, ये मेरे पेशेंट का भी एक बहुत स्ट्रॉन्ग बिलीफ सिस्टम था कि अगर मैंने नशा छोड़ा तो मैंने मर जाना है। इनके पैडलर ने, इनके जो पैडलर थे उसी के फादर ने इनको रोज रोज यही स्टेटमेंट इंड्यूस करनी कि जे तू नशा छड़े ऐ नहीं छुटना, ऐ तेरे नाल ही जाना है, जैसे सर ने अभी बोला। क्योंकि मेरे को याद है मैंने कोविड के टाइम पे ना ये 2 दिन बिल्कुल अनकॉन्शियसली घर पे सो रहे थे, ना ये उठ के नहाए ना इन्होंने कुछ खाया। तो जिस दिन ये 3rd डे उठे ना, तो मैंने ना सर इनसे ऐसे हाथ पकड़ के मैंने इनसे बड़े प्यार से पूछा कि राघव जी डू यू नीड एनी हेल्प, आपको कोई हेल्प चाहिए, मुझे ऐसा लगता है आप ठीक नहीं हो, आप ये इतना ज्यादा जो सब्सटेंस लेते हो इसके पीछे आपको क्या रीजन लगता है। तो इन्होंने मुझे ये बोला कि मैं बेबस हूँ, अगर मैं ये नहीं लूंगा तो मैंने बचना ही नहीं है मीनाक्षी, मेरे नाल ही जाना है ये। तो ये जो स्ट्रॉन्ग बिलीफ सिस्टम होता है ना, बट स्टिल अभी हम बैठे हैं, हम जिंदा बैठे हैं, वी आर अलाइव। तो मुझे ऐसा लगता है सर इसमें भी ये जो बिलीफ सिस्टम है ना, ये पेशेंट का नॉर्मल है, पर फैमिली का यहाँ पे रोल शुरू हो जाता है कि पेशेंट का तो डिसेप्टिव बिलीफ सिस्टम है ही है जो उसके बीमार दिमाग से आ रहा है, पर फैमिली को इंसाइट आ जाती है। जैसे जैसे हम इन कुर्सियों पे बैठते हैं ना,
फैमिली को इंसाइट आ जाती है कि हाँ जी ये एक दिमागी बीमारी है और मैंने ही इनिशिएटिव लेना है, मैंने ही स्ट्रांगली ये ट्रीटमेंट में अपने आप को रखना है। नो डाउट रोज रोज आपको डिनाइल भी आती है किसी ना किसी रूप में, बट स्टिल आप कंसिस्टेंट रहो। डिनाइल आ रही है ना, शेयर इट विद द प्रोफेशनल्स, हमारी फेलो मेंबर्स हैं, किसी के साथ भी आके शेयर कर दो कि हाँ जी आज मुझे ये इशू आ रहा है, मुझे ये डिनाइल इस फॉर्म में आ रही है, तो ये चीज़ बहुत हेल्प करती है। अब मैं चाहूंगी कि आप सब लोग भी प्लीज पार्टिसिपेट करो, थोड़ा थोड़ा अपने बारे में बताओ और ये बताओ कि आपको क्या लगता है कि ड्रग आपकी लाइफ में आने का, आपकी दिमागी बीमारी का रीजन क्या है। ਇੱਕ ਕੁਐਸਚਨ ਸੀ ਸਰ, ਜੇ ਤੁਹਾਨੂੰ ਲੱਗਦਾ ਆ ਕਿ ਜਿਵੇਂ ਤੁਹਾਡੇ 'ਚ ਉਹ ਟੈਂਡੈਂਸੀਜ਼ ਹੈਗੀਆਂ ਨੇ, ਕੋਈ ਅੰਡਰਲਾਈਂਗ ਪ੍ਰੋਬਲਮ ਹੈਗੀ ਆ ਤੁਹਾਡੇ 'ਚ, ਉਸ ਪੋਜੀਸ਼ਨ 'ਚ ਤੁਸੀਂ ਕਿਹੜੇ ਸਟੈਪਸ ਲੈ ਸਕਦੇ ਜੇ ਟੂ ਕੀਪ ਯੂਰਸੈਲਫ ਅਵੇ ਫਰਮ ਨੈਗੇਟਿਵ ਥਾਟਸ, ਨੈਗੇਟਿਵ ਪਾਥਸ? ਰਿਗਾਰਡਿੰਗ ਡਰਗ ਤੇ ਵੈਸੇ ਹੀ ਵੈਸੇ ਹੀ ਤੁਹਾਨੂੰ ਲੱਗਦਾ ਕਿ ਯੂ ਆਰ ਸਸੈਪਟੇਬਲ ਟੂ ਦੈਟ, ਹੈ ਨਾ? ਜਿੱਦਾਂ ਫੋਨ ਵੀ ਚਲਾਉਂਦੇ, ਫੋਨ ਬਹੁਤ ਜ਼ਿਆਦਾ ਚਲਾ ਲੈਣਾ, ਹੈ ਨਾ, ਫੋਨ ਨਾ ਮਿਲੇ ਤੁਸੀਂ ਤੁਹਾਡਾ ਮੂਡ ਆਫ ਹੋਣਾ, ਇਹ ਵਾਲੀ ਚੀਜ਼ਾਂ। एक्सट्रीमिज्म। ਹਾਂ, ਇਹਦਾ ਮਤਲਬ ਕਿ ਅਸੀਂ ਐਡਿਕਟ ਹੈਗੇ। ਹੂੰ ਇਹ ਤਾਂ ਸਿੰਪਲ ਹੋ ਗਿਆ। ਪਹਿਲਾਂ ਆਪਣੇ ਆਪ ਨੂੰ ਮੰਨਣਾ ਵੀ ਮੈਂ ਐਡਿਕਟ ਹੈਗਾ, ਹੂੰ ਮੈਨੂੰ ਫੋਨ ਦੀ ਐਡਿਕਸ਼ਨ ਹੈਗੀ ਆ। ਫੋਨ ਦੀ ਐਡਿਕਸ਼ਨ ਨੂੰ ਜੇ ਤੁਸੀਂ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ ਹੋਵੇ ਨਾ, ਤੇ ਇਸ ਤਰ੍ਹਾਂ ਕਰ ਲਓ ਵੀ ਤੁਸੀਂ 1 ਮਿੰਟ ਫੋਨ ਬੰਦ ਕਰਕੇ ਵੇਖੋ ਤੁਹਾਨੂੰ ਕੀ ਹੁੰਦਾ, ਠੀਕ ਹੈ। ਐਂਡ ਥੋੜੇ ਚਿਰ ਵਾਸਤੇ ਆਪਣਾ ਚਾਰਜਰ ਘਰਦਿਆਂ ਨੂੰ ਕਹੋ ਕਿਤੇ ਰੱਖ ਦਿਓ, ਤੇ ਫਿਰ ਵੇਖੋ ਤੁਹਾਨੂੰ ਕੀ ਹੁੰਦਾ। ਐਂਡ ਜੇ ਤੁਸੀਂ ਮਤਲਬ ਕਿ ਐਂ ਤੁਹਾਡੇ ਹੱਥ ਜਾਂਦੇ ਆ ਨਾ, 2-5 ਮਿੰਟਾਂ ਬਾਅਦ ਐਂ ਕਰਕੇ ਹੱਥ ਜੇਬ 'ਚ ਜਾਂਦਾ ਐਕਸ਼ਨ। ਜੇ ਕਿਤੇ ਤੁਹਾਡਾ ਚਾਰਜਰ ਕਿਤੇ ਗੁੰਮ ਹੋ ਜਾਏ, ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ, ਬਹੁਤ ਜ਼ਿਆਦਾ ਗੁੱਸਾ ਆਉਂਦਾ। ਜਾਂ ਤੁਹਾਡਾ ਫੋਨ ਕਿਸੇ ਨੇ ਚੈੱਕ ਕਰ ਲਿਆ, ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ। ਐਂਡ ਇੱਕ ਚੀਜ਼ ਹੋਰ ਕਹਿੰਦਾ ਹਾਂਜੀ ਜੇ ਤੁਸੀਂ ਫਲੱਸ਼ 'ਚ ਲੈ ਕੇ ਜਾਂਦੇ ਜੇ ਨਾ ਫੋਨ, ਫਿਰ ਤੁਸੀਂ ਐਡਿਕਟ ਹੈਗੇ ਜੀ। ਮੈਂ ਤੇ ਇੱਥੋਂ ਤੱਕ ਵੇਖਿਆ ਵਾ, ਲੱਤਾਂ ਸੌ ਜਾਂਦੀਆਂ ਪਰ ਬੰਦਾ ਫੋਨ ਨਹੀਂ ਛੱਡਦਾ। ਹੁਣ ਇੰਨਾ ਟਾਈਮ ਥੋੜੀ ਫਲੱਸ਼ 'ਚ ਲੱਗਦਾ ਜਿੰਨਾ ਆਪਾਂ ਲਾਉਂਦੇ ਹਾਂ। ਕੀ ਕਰਦੇ ਆਪਾਂ? ਬਸ ਸਿੰਪਲ ਜਿਹਾ ਆਪਣੇ ਆਪ ਨੂੰ ਆਇਡੈਂਟੀਫਾਈ ਕਰ ਲਓ, ਡਾਇਗਨੋਸ ਕਰ ਲਓ ਵੀ ਸਾਡਾ ਮਤਲਬ ਕਿ ਫਲੱਸ਼ ਦੇ ਵਿੱਚ ਫੋਨ ਲੈ ਕੇ ਜਾਣਾ ਕਿੰਨਾ ਕੁ ਜ਼ਰੂਰੀ ਹੈਗਾ। ਇਹ ਪੁੱਛੋ ਆਪਣੇ ਆਪ ਨੂੰ ਸਵਾਲ, ਤੁਹਾਨੂੰ ਜਵਾਬ ਮਿਲ ਜਾਏਗਾ, ਤੁਹਾਨੂੰ ਜਵਾਬ ਮਿਲ ਜਾਏਗਾ। ਤੁਸੀਂ ਆਪਣੇ ਅੰਦਰ ਝਾਤੀ ਮਾਰੋ ਵੀ ਮੇਰੀ ਕਪੈਸਿਟੀ ਕਿੰਨੀ ਹੈਗੀ ਆ, ਤੇ ਜੇ ਮੈਂ 2-4 ਮਿੰਟ ਫੋਨ ਬੰਦ ਰੱਖੂੰਗਾ ਤੇ ਫਿਰ ਕੀ ਹੋ ਚੱਲਿਆ। ਦੇਖੋ ਆਪਾਂ ਉਹਨੇ VIP ਨਹੀਂ ਹੈਗੇ ਜਿੰਨੇ ਆਪਣੇ ਆਪ ਨੂੰ ਸਮਝਣ ਡੇ ਆ। ਇਹ ਸਾਡੀ ਐਡਿਕਸ਼ਨ ਹੈ, ਇਹ ਸਾਡੀ ਐਡਿਕਸ਼ਨ ਹੈ। ਤੇ ਮੈਂ ਤੇ ਇੱਥੇ ਮਨਾਕਸ਼ੀ ਕੰਮ ਕੀਤਾ, 1 ਮਿੰਟ ਬੰਦ ਕਰ ਲਓ, 5 ਮਿੰਟ ਬੰਦ ਕਰ ਲਓ, 7 ਮਿੰਟ ਬੰਦ ਕਰ ਲਓ, 10 ਮਿੰਟ ਬੰਦ ਕਰ ਲਓ, 12 ਮਿੰਟ ਬੰਦ ਕਰ ਲਓ, 15 ਕਰ ਲਓ। ਹੁਣ 2 ਘੰਟੇ ਫੋਨ ਬੰਦ ਰਹਿੰਦਾ। ਮੈਂ ਤਾਂ ਹੁਣ ਜਦੋਂ ਘਰ ਜਾਣਾ ਵਾ, ਮੈਂ ਜਾ ਕੇ ਫੋਨ ਰੱਖ ਦੇਣਾ, ਮੈਨੂੰ ਚੇਤਾ ਭੁੱਲ ਜਾਣਾ। ਤੇ ਜਾਂ ਮੈਂ ਸਵੇਰੇ ਫਿਰ ਮੈਨੂੰ 10-11 ਵਜੇ ਮੈਂ ਫੋਨ ਪੜ੍ਹਦਾ। ਸੌਣ ਲੱਗਾ ਜੀ ਮੈਂ ਫੋਨ ਤੋਂ 2 ਘੰਟੇ ਪਹਿਲਾਂ ਦੂਰ, ਤੇ ਉੱਠਣ ਤੋਂ ਬਾਅਦ ਵੀ 2-3 ਘੰਟੇ ਮੈਂ ਤੇ ਬ੍ਰੇਕਫਾਸਟ ਕਰਕੇ ਫੋਨ ਪੜ੍ਹਦਾ, ਤਾਂ ਕਿ ਕੋਈ ਨੈਗੇਟਿਵ ਨਿਊਜ਼ ਆ ਜੇ ਤੇ ਕੁਝ ਖਾਧਾ ਹੋਵੇ ਤੇ ਰਿਐਕਟ ਨਾ ਹੋਵੇ, ਰਿਸਪੌਂਡ ਹੀ ਹੋਵੇ। ਇਹ ਵੀ ਮੈਂ बहुत फर्क पड़ता है सर। ਕਿਉਂਕਿ ਮੈਂ VIP ਨਹੀਂ ਹੈਗਾ, ਮੈਨੂੰ ਪਤਾ ਲੱਗ ਗਿਆ ਮੈਂ VIP ਨਹੀਂ ਹੈਗਾ। ਬਸ ਆਪਣੇ ਆਪ ਨੂੰ ਇਹ ਐਕਸੈਪਟ ਕਰਨਾ, ਜਿਹਨੂੰ ਨਿਸ਼ਾ ਜੀ ਨੇ ਕਿਹਾ ਵੀ ਮੈਂ ਘੈਂਟ ਨਹੀਂ ਹੈਗਾ। ਮਤਲਬ ਕਿ ਆਪਣੀ ਜ਼ਿੰਦਗੀ 'ਚ ਝਾਤੀ ਮਾਰੋ ਵੀ ਪਿਛਲੇ 5-7 ਸਾਲ ਤੋਂ ਕਿਹੜਾ ਕੰਮ ਕੀਤਾ ਆਪਾਂ ਪੋਜ਼ਿਟਿਵ। ਥੋੜਾ ਜਿਹਾ ਆਪਣੇ ਆਪ ਨੂੰ ਵੀ ਤੇ ਝਾਤੀ ਮਾਰੋ, ਆਪਣੇ ਆਪ ਤੇ ਝਾਤੀ ਮਾਰੋਗੇ ਤਾਂ ਫਿਰ ਆਪਣਾ ਪਤਾ ਲੱਗੇਗਾ। ਪਿਛਲੇ ਸਮੇਂ ਦੇ ਵਿੱਚ ਅਸੀਂ ਸਿਹਤ ਦਾ ਨੁਕਸਾਨ ਕੀਤਾ, ਅਸੀਂ ਪੈਸੇ ਦਾ ਨੁਕਸਾਨ ਕੀਤਾ, ਅਸੀਂ ਇੱਜ਼ਤ ਦਾ ਨੁਕਸਾਨ ਕੀਤਾ, ਅਸੀਂ ਰਿਸ਼ਤਿਆਂ ਦਾ ਨੁਕਸਾਨ ਕੀਤਾ। ਕੋਈ ਵੀ ਡਰੱਗਸ ਹੈ, ਜੇ ਤੁਹਾਨੂੰ ਨਹੀਂ ਨਾ ਪਚਦੀ, ਉਹਨੇ 4 ਚੀਜ਼ਾਂ ਦਾ ਨੁਕਸਾਨ ਕਰਨਾ ਹੀ ਕਰਨਾ। ਭਾਵੇਂ ਕੋਈ ਡਰੱਗ ਹੋਵੇ, ਸ਼ਰਾਬ ਹੋਵੇ, ਜੇ ਪਚਦੀ ਨਹੀਂ ਨਾ ਤੇ ਫਿਰ ਉਹਨੇ ਨੁਕਸਾਨ ਕਰਨੇ ਹੀ ਕਰਨੇ ਆ। ਸਭ ਤੋਂ ਪਹਿਲਾਂ ਸਿਹਤ ਦਾ ਨੁਕਸਾਨ, ਫਿਰ ਰਿਸ਼ਤਿਆਂ ਦਾ ਨੁਕਸਾਨ, ਫਿਰ ਇੱਜ਼ਤ ਦਾ ਨੁਕਸਾਨ, ਤੇ ਫਿਰ ਪੈਸੇ ਦਾ ਨੁਕਸਾਨ। ਪੱਕੀ ਗੱਲ, ਤੁਸੀਂ ਵੇਖ ਲਓ ਆਪਣੇ ਆਪ 'ਚ, ਆਪਣੇ ਆਪ 'ਚ ਝਾਤੀ ਮਾਰ ਲਓ। ਜਿਹਦਾ ਹੋਇਆ ਵਾ, ਇਹਦਾ ਮਤਲਬ ਕਿ ਨਸ਼ਾ ਉਹਨੂੰ ਚੜ੍ਹਦਾ ਨਹੀਂ, ਨਸ਼ਾ ਉਹਨੂੰ ਲੜਦਾ। ਜਿਸ ਤਰ੍ਹਾਂ ਸੱਪ ਲੜਦਾ ਨਾ, ਸੱਪ ਲੜਦਾ, ਇਸੇ ਤਰ੍ਹਾਂ ਨਸ਼ਾ ਲੜਦਾ।
ਚੜ੍ਹਨਾ ਤੇ ਲੜਨਾ ਦੋ ਵੱਖਰੀਆਂ ਚੀਜ਼ਾਂ ਹੈਗੀਆਂ। ਜਿਸ ਤਰ੍ਹਾਂ ਸੱਪ ਦਾ ਜ਼ਹਿਰ ਚੜ੍ਹਦਾ ਨਾ ਤੇ ਬੰਦੇ ਨੂੰ ਕੁਛ ਵੀ ਹੋ ਸਕਦਾ, ਇਸੇ ਤਰ੍ਹਾਂ ਜਦੋਂ ਅਸੀਂ ਨਸ਼ਾ ਕਰਦੇ ਨਾ ਸਾਨੂੰ ਕੁਛ ਵੀ ਹੋ ਸਕਦਾ। ਤੁਸੀਂ ਦੇਖ ਲਓ ਕਿ ਜੇ ਅਸੀਂ ਭਾਟੀਆ ਹਸਪੀਟਲ ਆਏ ਆ ਤੇ ਭਾਟੀਆ ਹਸਪੀਟਲ ਜਿਹੜਾ ਬੰਦਾ ਆਉਂਦਾ ਨਾ, ਮੇਰਾ ਆਪਣਾ ਤਜਰਬਾ ਕਹਿੰਦਾ ਉਹ ਘੱਟ ਤੋਂ ਘੱਟ 10-10 ਵਾਰੀ ਮਰਨੋਂ ਬਚਿਆ ਹੁੰਦਾ। ਘੱਟ ਤੋਂ ਘੱਟ ਉਹ 10 ਵਾਰੀ ਮਰਨੋਂ ਬਚਿਆ ਹੁੰਦਾ। ਦੇਖ ਲਓ, ਆਪਣਾ ਟਾਈਮ ਕਿਤੇ ਕਰ ਲਓ। ਮਤਲਬ ਕਿ ਜਿਸ ਦਿਨ ਤੁਹਾਡੇ ਘਰ ਕ੍ਰਾਈਸਿਸ ਆਇਆ ਜਾਂ ਆਪਾਂ ਓਵਰਡੋਜ਼ ਹੋਏ ਜਾਂ ਸਾਨੂੰ ਨਸ਼ਾ ਨਹੀਂ ਮਿਲਿਆ, ਆਪਣਾ ਦੇਖ ਲਓ। ਐਂਡ ਨਸ਼ੇ ਦੀ ਇੱਕ ਹੋਰ ਚੀਜ਼ ਤੁਸੀਂ ਦੇਖੋ, ਤੁਸੀਂ ਆਪਣੇ ਘਰ 'ਚ ਜਿੱਥੇ ਮਰਜ਼ੀ ਦੇਖ ਲਓ, ਸੋਫੇ ਦੇਖ ਲਓ ਉੱਥੇ ਨਸ਼ਾ, ਕੁਰਸੀਆਂ ਦੇਖ ਲਓ ਉੱਥੇ ਨਸ਼ਾ, ਡਾਈਨਿੰਗ ਟੇਬਲ ਦੇਖ ਲਓ ਉੱਥੇ ਨਸ਼ਾ, ਘਰ ਦੇ ਸ਼ੀਸ਼ੇ ਵੇਖ ਲਓ ਉੱਥੇ ਨਸ਼ਾ, ਜਿੱਥੇ ਮਰਜ਼ੀ ਆਪਣੇ ਘਰ ਦੀਆਂ ਨੁੱਕਰਾਂ ਫੋਲ ਲਓ ਉੱਥੇ ਨਸ਼ਾ ਮੌਜੂਦ ਆ। ਨਸ਼ੇ ਦੇ ਨਿਸ਼ਾਨ ਉੱਥੇ ਮੌਜੂਦ ਹੈ। ਇਹ ਨੌਨ ਲਿਵਿੰਗ ਚੀਜ਼ਾਂ ਤੋਂ ਇਲਾਵਾ ਘਰ ਦੇ ਜਿਹੜੇ ਮਰਜ਼ੀ ਜੀਅ ਨੂੰ ਵੇਖ ਲਓ, ਨਸ਼ੇ ਦੇ ਨਿਸ਼ਾਨ ਮੌਜੂਦ ਹੈ। ਮਾਂ ਦਾ ਚਿਹਰਾ ਵੇਖ ਲਓ, ਪਿਓ ਦਾ ਚਿਹਰਾ ਵੇਖ ਲਓ, ਬੈਂਕ ਬੈਲੈਂਸ ਦੇਖ ਲਓ, ਰਿਸ਼ਤੇਦਾਰੀਆਂ ਦੇਖ ਲਓ, ਇੱਜ਼ਤ ਦੇਖ ਲਓ, ਕੁਛ ਦੇਖ ਲਓ, ਨਸ਼ਾ ਮੌਜੂਦ ਹੈ। ਤੇ ਆਪਾਂ ਹੁਣ ਵੀ ਕਹਿ ਰਹੇ ਹਾਂ ਵੀ ਇਟ ਇਜ਼ ਅਵਰ ਡਿਨਾਇਲ ਯਾਰ, ਇਟ ਇਜ਼ ਅਵਰ ਡਿਨਾਇਲ। ਐਂਡ ਜੇ ਆਪਾਂ ਇੱਥੇ ਆ ਕੇ ਵੀ ਇਸ ਚੀਜ਼ ਨੂੰ ਨਹੀਂ ਐਕਸੈਪਟ ਕਰਦੇ ਵੀ ਸਾਨੂੰ ਇੱਕ ਦਿਮਾਗ ਦੀ ਬਿਮਾਰੀ ਆ, ਸਾਨੂੰ ਇੱਕ ਦਿਮਾਗ ਦੀ ਬਿਮਾਰੀ ਆ, ਤੇ ਦਿਮਾਗ ਦੀ ਬਿਮਾਰੀ ਜਿਹੜੀ ਆ ਉਹ ਦਿਮਾਗ ਦੇ ਹਸਪਤਾਲ ਠੀਕ ਹੁੰਦੀ ਆ, ਦਿਮਾਗ ਦੇ ਹਸਪਤਾਲ 'ਚ ਆਪਾਂ ਬੈਠੇ ਆ। ਐਂਡ ਬਿਮਾਰੀ ਕੀ ਕਰੇਗੀ? ਦੁਨੀਆ ਦੀ ਇੱਕ ਵਾਹਿਦ ਬਿਮਾਰੀ ਇਹ ਆ ਜਿਹੜੀ ਇਲਾਜ ਨਹੀਂ ਕਰਾਉਣ ਦਿੰਦੀ। ਮੈਂ ਰੋਜ਼ ਦੇਖਦਾ ਜਦੋਂ ਪੇਸ਼ੈਂਟ ਆਉਂਦੇ ਆ ਤੇ ਉਹਨਾਂ ਦੀ FIR ਲਿਖੀ ਦੀ ਆ, ਇਹਨੇ 50 ਲੱਖ ਦਾ ਨੁਕਸਾਨ ਕਰਤਾ ਜੀ, ਇਹਨੇ 3 ਗੱਡੀਆਂ ਭੰਨਤੀਆਂ ਜੀ, ਇਹਨੇ ਬਾਹਰ ਦੇ ਪੇਪਰ ਲੱਗੇ ਸੀ, ਸਾਡਾ 60 ਲੱਖ ਉਹ ਵੀ ਗਿਆ, 2 ਵਾਰੀ ਫੜਿਆ ਗਿਆ, ਇਹ ਉੱਥੇ ਵੀ ਪੈਸੇ ਲੱਗ ਗਏ, ਉੱਥੇ ਵੀ ਲੱਗ ਗਏ। ਇਹ ਬਾਕੀ 2-2.5 ਕਰੋੜ ਗਣਾ ਦੇਣਾ ਉਹਨਾਂ ਨੇ ਵੀ ਇੰਨਾ ਨੁਕਸਾਨ ਹੋ ਗਿਆ, ਇੰਨੀ ਜ਼ਮੀਨ ਵੇਚਤੀ। ਤੇ ਜਦੋਂ ਇਲਾਜ ਦੀ ਵਾਰੀ ਆਣੀ ਆ ਨਾਲ ਹੀ ਗਰੀਬ ਹੋ ਜਾਂਦੇ ਉਸੇ। ਦੇਖੋ ਇਹ ਘਰਦਿਆਂ ਦੀ ਆਪਣੀ ਬਿਮਾਰੀ ਆ। ਬਿਲਕੁਲ। ਅਸੀਂ ਸਮਝਦੇ ਹਾਂ ਵੀ ਇੱਥੇ ਆਏ ਆ, ਹਫਤਾ ਰਹੇ ਆ ਤੇ ਮਤਲਬ ਕਿ ਭੁੱਖ ਲੱਗਣ ਲੱਗ ਪਈ ਆ, ਨੀਂਦ ਆਉਣ ਲੱਗ ਪਈ ਆ ਤੇ ਪੇਸ਼ੈਂਟ ਕਹਿਣ ਲੱਗ ਪਿਆ ਮੈਂ ਠੀਕ ਆ ਤੇ ਆਹ ਠੀਕ ਹੈ। ਇਹਦੇ ਪਿੱਛੇ ਜਿਹੜੀ ਸਾਇੰਸ ਆ ਨਾ ਉਹ ਇਹ ਆ ਕਿਉਂਕਿ ਘਰਦਿਆਂ ਨੇ ਕਦੀ ਵੀ ਆਪਣੇ ਮਰੀਜ਼ ਨੂੰ ਇਸ ਤਰ੍ਹਾਂ ਨਹੀਂ ਵੇਖਿਆ ਹੁੰਦਾ ਪਿਛਲੇ ਲੰਬੇ ਸਮੇਂ ਤੋਂ। 2-4-6 ਸਾਲ 2 ਸਾਲ 3 ਸਾਲ 4 ਸਾਲ ਪਹਿਲਾਂ ਫੈਮਿਲੀ ਨੇ ਪੇਸ਼ੈਂਟ ਨੂੰ ਆਪਣੇ ਨੂੰ ਕਦੇ ਵੀ ਇੰਨਾ ਨੋਰਮਲ ਨਹੀਂ ਦੇਖਿਆ ਹੁੰਦਾ ਜਿੰਨਾ ਨੋਰਮਲ ਪੇਸ਼ੈਂਟ ਇੱਥੇ ਆ ਕੇ ਹੋ ਜਾਂਦਾ। ਤੇ ਘਰਦਿਆਂ ਨੂੰ ਇਹ ਭੁਲੇਖਾ ਪੈ ਜਾਂਦਾ ਵੀ ਇਹ ਹੁਣ ਠੀਕ ਹੋ ਗਿਆ, ਜਦ ਕਿ ਉਹ ਵੀ ਬਿਮਾਰੀ ਦੀ ਇੱਕ ਟਰੈਪ ਹੁੰਦੀ ਆ। ਪੇਸ਼ੈਂਟ ਨੇ ਚੰਗਾ ਬਣ ਕੇ ਦਿਖਾਣਾ ਹੁੰਦਾ, ਉਹਨੇ ਕਹਿਣਾ ਹੁੰਦਾ ਲਓ ਜੀ ਮੈਂ ਬਿਲਕੁਲ ਠੀਕ। ਐਂਡ ਫੈਮਲੀਆਂ ਕਈ ਵਾਰੀ ਰੂਮ 'ਚ ਜਾਓ ਨਾ ਕਹਿਣਗੇ ਅੱਛਾ ਚੱਲ ਸਾਰ ਆਈ, ਸਰ ਦੇ ਸਾਹਮਣੇ ਹੁਣ ਕਹਿ ਜੋ ਸਾਨੂੰ ਕਿਹਾ। ਉਹ ਪੇਸ਼ੈਂਟ ਨੇ ਹੀ ਕਹਿਣਾ, ਉਹਨੇ ਕਹਿਣਾ ਹਾਂਜੀ ਮੈਨੂੰ ਪਤਾ ਲੱਗ ਗਿਆ ਦਿਮਾਗ ਦੀ ਬਿਮਾਰੀ ਆ, ਮੈਂ ਇੰਨਾ ਨੁਕਸਾਨ ਕਰ ਲਿਆ, ਮੇਰੀਆਂ ਤੇ ਅੱਖਾਂ ਖੁੱਲ ਗਈਆਂ। ਮੈਂ ਕਿਹਾ ਅੱਛਾ, ਤੇ ਮੈਂ ਕਿਹਾ ਫਿਰ ਚਲੋ ਰੀਹੈਬ ਜਾਓ। ਨਹੀਂ ਰੀਹੈਬ ਜਾਣ ਦੀ ਲੋੜ ਨਹੀਂ, ਤੇ ਜੇ ਮੈਂ ਅਜੇ ਵੀ ਕਰੂੰਗਾ ਤੇ ਫਿਰ ਮੈਂ ਛਦਾਈ ਹੋਇਆ। ਤੇ ਮੈਂ ਕਿਹਾ ਤੂੰ ਹੈਗਾ ਛਦਾਈ, ਤੈਨੂੰ ਪਤਾ ਨਹੀਂ ਲੱਗਾ। ਪਰ ਘਰ ਦੇ ਫਿਰ ਉਸ ਟਰੈਪ 'ਚ ਆ ਜਾਂਦੇ ਐਂਡ ਘਰ ਦੇ ਵੀ ਉਸ ਗੱਲ ਨੂੰ ਵਿਟਨੈਸ ਕਰ ਦਿੰਦੇ, ਹਾਂ ਜੇ ਹੁਣ ਕਰੇਗਾ ਤੇ ਫਿਰ ਤੇ ਇਹਦਾ ਰੱਬ ਹੀ ਰਾਖਾ।